देश दुनिया च वसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। कि मुख मंत्री भगवंत मान कोल ऐसे पुख्ता सबूत है ने जिथे मनप्रीत बादल गिल्टी ने। कल जिहड़ा ट्वीट मुख मंत्री करदे आ और उधर विजिलेंस के स्रोतां तो जिहड़ी इनफॉर्मेशन अगे वधदी है कि मुख मंत्री उसे संदर्भ में ही बोल रहे हैं कि जिहड़ी जांच मनप्रीत बादल के खिलाफ हो रही है उहदे विच कुछ ऐसा शामिल है जिहड़ा मुख मंत्री साहब नूं इन्ना कॉन्फिडेंट कर रहा और मनप्रीत बादल नूं कॉर्नर कर रहा। ਇਹਦੇ ਕੁਝ ਤੱਥ ਕੁਝ ਚੀਜ਼ਾਂ ਅੱਗੇ ਵਧਾਉਂਦੇ ਆ। ਉਹਦੇ ਨਾਲ ਗਵਰਨਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਟਹਿਰੇ 'ਚ ਖੜਾ ਕਰ ਰਹੇ ਆ, ਉਹ ਵੀ ਬੜੇ ਕੌਨਫੀਡੈਂਟ ਨੇ। ਉਹਨਾਂ ਕੋਲ ਐਸੀ ਕਿਹੜੀ ਚੀਜ਼ ਹੈ ਜਿਹਦੇ ਕਰਕੇ ਉਹ ਬਾਰ-ਬਾਰ ਕਹਿ ਰਹੇ ਨੇ ਕਿ ਇਹ ਸੈਸ਼ਨ ਗੈਰ ਸੰਵਿਧਾਨਕ ਸੀ, ਗੈਰ ਕਾਨੂੰਨੀ ਸੀ। ਉਹ ਬਿਲਕੁਲ ਦਾਅਵੇ ਨਾਲ ਕਹਿੰਦੇ ਨੇ ਕਿ ਮੈਨੂੰ ਕੋਈ ਇੱਕ ਘਟਨਾ ਦੱਸੋ ਜਿੱਥੇ ਮੈਂ ਸੰਵਿਧਾਨ ਤੋਂ ਪਾਸੇ ਗਿਆ ਹੋਵਾਂ। ਗਵਰਨਰ ਮੁੱਖ ਮੰਤਰੀ ਨੂੰ ਬੱਚਿਆਂ ਵਾਂਗ ਦੱਸਦਿਆਂ ਕਈ ਨਸੀਹਤਾਂ ਵੀ ਦੇ ਰਹੇ ਆ, ਪਰ ਆਪਣੇ ਸਟੈਂਡ ਤੇ ਅਡੋਲ ਨੇ। ਕਿੰਨਾ ਆਧਾਰਾਂ ਤੇ ਗਵਰਨਰ ਸੈਸ਼ਨ ਨੂੰ ਗੈਰ ਕਾਨੂੰਨੀ ਕਹਿਣ ਦਾ ਦਮ ਭਰ ਰਹੇ ਨੇ, ਇਹਦੇ ਤੇ ਜਾਣਦੇ ਆ। ਤੀਜੀ ਖਬਰ, ਦਿੱਲੀ ਸਰਕਾਰ ਦੇ ਖਿਲਾਫ ਲਿਆਂਦਾ ਗਿਆ ਆਰਡੀਨੈਂਸ ਕੇਂਦਰ ਵੱਲੋਂ ਜਦੋਂ ਲੋਕ ਸਭਾ 'ਚ ਪੇਸ਼ ਹੋਏਗਾ ਤੇ ਉਸ ਤੋਂ ਬਾਅਦ ਰਾਜ ਸਭਾ 'ਚ ਪੇਸ਼ ਹੋਏਗਾ, ਕਿ ਰਾਜ ਸਭਾ ਦੇ ਵਿੱਚੋਂ ਭਾਜਪਾ ਇੰਨਾ ਜੁਗਾੜ ਕਰ ਚੁੱਕੀ ਆ ਕਿ ਉਹਨੂੰ ਸੌਖਿਆਂ ਪਾਸ ਕਰਵਾ ਕੇ ਲੈ ਜੂ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜੀ ਕੰਪੇਨ ਕੇਜਰੀਵਾਲ ਕਰ ਰਹੇ ਨੇ ਉਹ ਬਿੱਲ ਰਾਜ ਸਭਾ 'ਚ ਫਸ ਸਕਦਾ ਹੈ, ਪਰ ਹੁਣ ਜਿਹੜੀ ਇਹ ਨਵੇਂ ਸਮਰਥਨ ਭਾਜਪਾ ਨੂੰ ਮਿਲੇ ਨੇ ਕਿ ਉਹਦੇ ਵਿੱਚ ਉਹਨਾਂ ਨੇ ਇਹ ਜੁਗਾੜ ਕਰ ਲਿਆ, ਆਰਡੀਨੈਂਸ ਨੂੰ ਕਢਾ ਕੇ ਲੈ ਜਾਣਗੇ। ਅਗਲੀ ਗੱਲ, ਕੇਂਦਰ ਸਰਕਾਰ ਨੂੰ ਵੀ ਸੁਪਰੀਮ ਕੋਰਟ ਦੇ ਵਿੱਚੋਂ ਸ਼ੀਸ਼ਾ ਦਿਖਾਇਆ ਜਾਂਦਾ ਈਡੀ ਦੇ ਮਾਮਲੇ 'ਚ। ਉਹ ਕਹਿੰਦੇ ਡਾਇਰੈਕਟਰ ਮਿਸ਼ਰਾ ਤੋਂ ਇਲਾਵਾ ਬਾਕੀ ਮਹਿਕਮੇ 'ਚ ਕੋਈ ਨਹੀਂ ਹੈਗਾ। ਇਹਨੂੰ ਵੀ ਲੈਂਦੇ ਆ ਔਰ ਇਹਦੇ ਅੱਗੇ ਚੱਲਦੇ ਆ ਕਿ ਕੀ ਪਾਕਿਸਤਾਨ ਦੇ ਵਿੱਚ ਵੀ ਹੁਣ ਇਹ ਗੱਲ ਮੰਨੀ ਗਈ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਤੇ ਹਥਿਆਰ ਡਰੋਨ ਰਾਹੀਂ ਸਪਲਾਈ ਹੋ ਰਿਹਾ। ਇਹ ਖਬਰ ਬੜੀ ਦਿਲਚਸਪ ਹੈ। ਵੈਸੇ ਜਦੋਂ ਸਰਕਾਰ ਕਹਿੰਦੀ ਹੈ ਕਿ ਝੋਨਾ 2 ਲੱਖ ਕਿੱਲਾ ਅਸੀਂ ਲਾਵਾਂਗੇ, ਉਹਨਾਂ ਦਾ ਕੀ ਅਰਥ ਆ ਇਹਨੂੰ ਵੀ ਸਮਝਦੇ ਆ। ਮੈਨੂੰ ਲੱਗਦਾ ਇੰਨਾ ਕੀ ਬਹੁਤ ਆ, ਬਾਕੀ ਗੱਲਾਂ ਬਾਅਦ ਚ ਕਰਦੇ ਆ। ਇੰਡੀਆ ਉਹ ਸੰਗਠਨ ਜਿਹੜਾ ਭਾਜਪਾ ਦੇ ਖਿਲਾਫ ਬਣਿਆ, ਕੇਂਦਰੀ ਸੱਤਾ ਦੇ ਖਿਲਾਫ ਬਣਿਆ, ਉਹ 25-26 ਨੂੰ ਮਿਲ ਰਿਹਾ ਇੱਕ ਵਾਰੀ ਫਿਰ। ਔਰ ਉਹਨਾਂ ਦਾ ਏਜੰਡਾ ਇਸ ਵਾਰੀ ਕੀ ਆ ਔਰ ਇਹਦੇ ਵਿੱਚ ਨਵਾਂ ਕੀ ਆ, ਇਹਨਾਂ ਚੀਜ਼ਾਂ ਤੇ ਵੀ ਜਾਵਾਂਗੇ। ਸਭ ਤੋਂ ਪਹਿਲਾਂ ਮੈਨੂੰ ਇੰਦਰਪ੍ਰੀਤ ਜੀ ਇਹ ਦੱਸਿਓ ਕਿ ਮੁੱਖ ਮੰਤਰੀ ਜਦੋਂ ਕੱਲ ਫਿਰ ਇੱਕ ਵਾਰੀ ਸ਼ੇਰੋ ਸ਼ਾਇਰੀ ਲਈ ਅੱਗੇ ਵਧਦੇ ਆ, ਉਹਨਾਂ ਦੇ ਨਿਸ਼ਾਨੇ ਤੇ ਮਨਪ੍ਰੀਤ ਬਾਦਲ ਨੇ। ਭਾਵੇਂ ਪਹਿਲੀਆਂ ਵਾਰੀਆਂ ਵਾਂਗ ਇਸ ਵਾਰੀ ਜਵਾਬ ਅੱਗੋਂ ਨਹੀਂ ਆਏ, ਠਾ ਜਵਾਬ ਨਹੀਂ ਆਏ, ਲੇਕਿਨ ਮਨਪ੍ਰੀਤ ਬਾਦਲ ਦੇ ਮਾਮਲੇ 'ਚ ਜਿਹੜਾ ਇੱਕ ਸ਼ਬਦ ਆ, ਇਹਦਾ ਅਰਥ ਕੀ ਲਈਏ? ਕਿ ਤੱਥਾਂ ਚੋਂ ਨਿਕਲੇ ਸ਼ਬਦ ਆ? ਮੁੱਖ ਮੰਤਰੀ ਕੋਲ ਕੋਈ ਵੱਖਰੀ ਤਰ੍ਹਾਂ ਦੀ ਜਾਣਕਾਰੀ ਹੈ? ਜਿਹੜੇ ਉਹ ਕਹਿੰਦੇ ਤੁਹਾਡੇ ਬਾਗ ਦੇ ਇੱਕ ਕਿੰਨੂ ਦਾ ਮੈਨੂੰ ਪਤਾ ਹੈ, ਕੀ ਅਰਥ ਲਈਏ ਇਹਦੇ? ਮੁੱਖ ਮੰਤਰੀ ਨੇ ਜਿਹੜਾ ਕੱਲ ਟਵੀਟ ਕੀਤਾ ਹੈਗਾ, ਪਰ ਮੈਂ ਤਾਂ ਪਹਿਲਾਂ ਇਹ ਸੋਚ ਰਿਹਾ ਸੀ ਕਿ ਮੁੱਖ ਮੰਤਰੀ ਕਿਸੇ ਨੂੰ ਸਾਰੀ ਫਰੰਟ ਖੋਲੀ ਜਾ ਰਿਹਾ ਹੈ। ਕਦੇ ਪਹਿਲਾਂ ਗਵਰਨਰ ਨਾਲ ਖੋਲਿਆ ਪਿਆ, ਫਿਰ ਲੀਡਰ ਆਪੋਜੀਸ਼ਨ ਨਾਲ ਖੋਲ ਲਿਆ, ਖੈਰੇ ਨਾਲ ਤਾਂ ਉਹਨਾਂ ਦਾ ਕਦੋਂ ਦਾ ਹੀ ਖੁੱਲਿਆ ਪਿਆ, ਹੁਣ ਮਨਪ੍ਰੀਤ ਬਾਦਲ ਵੀ ਉਹਦੇ ਵਿੱਚ ਸ਼ਾਮਲ ਹੋ ਗਿਆ। ਤਾਂ ਬੜੀ ਇੰਟਰਸਟਿੰਗ ਚੀਜ਼ ਹੈ ਵੀ ਜਿਹੜੀ ਲੜਾਈ ਹੈ ਉਹ ਟਵਿੱਟਰ ਤੇ ਹੋ ਰਹੀ ਹੈ। ਮਤਲਬ ਬਾਕੀ ਪ੍ਰੈਸ ਕਾਨਫਰੰਸ ਤਾਂ ਹੋ ਨਹੀਂ ਰਹੀਆਂ, ਲੇਕਿਨ ਟਵਿੱਟਰ ਤੇ ਲੜਾਈ ਜ਼ਰੂਰ ਹੋ ਰਹੀ ਹੈ। ਸੋ ਕੱਲ ਜੋ ਐਕਚੁਅਲੀ ਜਿਹੜਾ ਪਰਸੋਂ ਮਨਪ੍ਰੀਤ ਬਾਦਲ ਹੋਰਾਂ ਨੇ ਜੋ ਐਲੀਗੇਸ਼ਨ ਭਗਵੰਤ ਮਾਨ ਹੋਰਾਂ ਤੇ ਲਗਾਏ ਸੀਗੇ, ਉਹਦਾ ਹੀ ਜਵਾਬ ਦਿੱਤਾ ਹੈ ਭਗਵੰਤ ਮਾਨ ਨੇ। ਉਹਨਾਂ ਨੇ ਕਿਹਾ ਕਿ ਮੈਨੂੰ ਤੁਹਾਡੇ ਬਾਗ ਦੇ ਇਕੱਲੇ ਕਿੰਨੂ ਬਾਰੇ ਪਤਾ ਹੈ। ਇਹ ਕੀ ਕਹਿਣਾ ਚਾਹੁੰਦੇ ਨੇ ਇੱਥੇ ਐਕਚੁਅਲੀ ਹੈ ਕਿ ਕੀ ਉਹਨਾਂ ਦੀਆਂ ਹਰ ਜਿਹੜੀ ਉਹਨਾਂ ਨੇ ਕੰਮ ਕੀਤੇ ਨੇ ਉਹਦੀ ਹਰ ਜਾਣਕਾਰੀ ਉਹਨਾਂ ਕੋਲ ਹੈ, ਇਹ ਕਹਿਣਾ ਚਾਹੁੰਦੇ ਆ ਉਹ। ਤੇ ਉਹ 'ਚ ਜਿਹੜੀਆਂ ਚੀਜ਼ਾਂ ਦੇ ਉਹ ਕਲੇਮ ਕਰਦੇ ਆ। ਮਨਪ੍ਰੀਤ ਬਾਦਲ ਉਹਨਾਂ ਦਾ ਦੇਖੋ ਬਹੁਤ ਸਾਰੇ ਕਲੇਮਸ ਨੇ। ਉਹਨਾਂ ਦੇ ਸਭ ਤੋਂ ਵੱਡਾ ਕਲੇਮ ਹੈ ਕਿ ਉਹਨਾਂ ਤੋਂ ਵੱਡਾ ਇਮਾਨਦਾਰ ਕੋਈ ਨਹੀਂ, ਇਹ ਉਹਨਾਂ ਦਾ ਸਭ ਤੋਂ ਵੱਡਾ ਕਲੇਮ ਹੈ। ਪੈਸਾ ਬਚਾਉਣ ਲਈ ਉਹਨਾਂ ਨੇ ਹਰ ਸੰਭਵ ਯਤਨ ਕੀਤਾ, ਇਹ ਉਹਨਾਂ ਦਾ ਦੂਜਾ ਸਭ ਤੋਂ ਵੱਡਾ ਕਲੇਮ ਹੈ। ਉਹ ਸਰਕਾਰੀ ਜਿਹੜੀਆਂ ਸੁਵਿਧਾਵਾਂ ਨੇ ਉਹਦਾ ਯੂਜ਼ ਨਹੀਂ ਕਰਦੇ, ਗੱਡੀ ਆਪ ਚਲਾਉਂਦੇ ਹੈ, ਗੱਡੀ ਆਪਣੀ ਪ੍ਰਾਈਵੇਟ ਚਲਾਉਂਦੇ ਆ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਈਵਨ ਇਹ ਵੀ ਹੁੰਦਾ ਸੀ ਕਿ ਵੀ ਉਹਨਾਂ ਨੇ ਇੰਨੀ ਸਿਕਿਉਰਿਟੀ ਵੀ ਨਹੀਂ ਲਿੱਤੀ ਹੋਈ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਇਹਦੇ ਵੈਸੇ ਤਾਂ ਇਹਦੇ ਚੋਂ ਬਹੁਤ ਸਾਰੇ ਜਵਾਬ ਪਹਿਲਾਂ ਸੁਖਬੀਰ ਬਾਦਲ ਵੀ ਦੇ ਚੁੱਕਿਆ ਹੈ
ਵੀ ਇਹਦੇ ਕੋਲ ਕਿੰਨੀਆਂ ਮੋਟਰਾਂ ਨੇ। ਜਦੋਂ ਉਹ ਸਬਸਿਡੀ ਦੀ ਗੱਲ ਤੁਹਾਨੂੰ ਯਾਦ ਹੋਊਗਾ ਉਹਨਾਂ ਨੇ ਕੀਤੀ ਸੀ ਵੀ ਸਬਸਿਡੀ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ ਕਿਸਾਨਾਂ ਨੂੰ, ਤਾਂ ਸੁਖਬੀਰ ਬਾਦਲ ਹੋਰਾਂ ਨੇ ਇਹ ਸਵਾਲ ਉਠਾਇਆ ਸੀ ਵੀ ਇਹਨਾਂ ਦੀਆਂ ਜਿਹੜੀਆਂ ਮੋਟਰਾਂ ਨੇ ਉਹ ਕਿੰਨੀਆਂ ਨੇ ਤੇ ਕਿੰਨੇ ਦਾ ਬਿੱਲ ਆ ਰਿਹਾ, ਕੀ ਉਹ ਸਬਸਿਡੀ ਮਨਪ੍ਰੀਤ ਬਾਦਲ ਹੋਰਾਂ ਨੇ ਵਾਪਸ ਕੀਤੀ ਹੈ ਜਾਂ ਮਨਪ੍ਰੀਤ ਵਾਪਸ ਉਹ ਨਹੀਂ ਲੈਣਾ ਚਾਹੁੰਦੇ। ਇਹ ਲੜਾਈ ਪਹਿਲਾਂ ਵੀ ਤੁਹਾਨੂੰ ਯਾਦ ਹੋਊਗਾ ਜਿਹੜੀ ਸ਼ਰੀਕੇਬਾਜ਼ੀ ਵਾਲੀ ਲੜਾਈ ਸੀਗੀ ਉਹ ਵਿਧਾਨ ਸਭਾ 'ਚ ਵੀ ਚੱਲੀ ਸੀਗੀ, ਵੈਸੇ ਵੀ ਖੁੱਲੇ ਤੌਰ ਤੇ ਚੱਲੀ ਸੀ, ਉਹ ਆਪਾਂ ਹੁਣ ਛੋੜ ਦਈਏ। ਉਸੇ ਲੜਾਈ ਦਾ ਜਿਹੜਾ ਸੁਖਬੀਰ ਵਾਲਾ ਪਾਰਟ ਹੈ ਉਹ ਹੁਣ ਭਗਵੰਤ ਮਾਨ ਹੋਰਾਂ ਨੇ ਲੈ ਲਿਆ। ਉਹਨਾਂ ਨੇ ਕਿਹਾ ਵੀ ਮੈਨੂੰ ਸਾਰੀਆਂ ਚੀਜ਼ਾਂ ਪਤਾ ਨਹੀਂ, ਕੱਲੀ ਕੱਲੀ ਜਾਣਕਾਰੀ ਮੇਰੇ ਕੋਲ ਹੈ। ਕਿਉਂਕਿ ਤਾਜ਼ਾ ਉਦਾਹਰਣ ਜਿਹੜੀ ਹੈਗੀ ਹੈ ਉਹ ਬਠਿੰਡੇ ਦੇ ਕਮਰਸ਼ੀਅਲ ਪਲਾਟ ਨੂੰ ਰੈਜ਼ੀਡੈਂਸ਼ੀਅਲ ਪਲਾਟ ਦੇ ਵਿੱਚ ਤਬਦੀਲ ਕਰਕੇ ਅਲਾਟ ਹੋਣ ਤੋਂ ਪਹਿਲਾਂ ਹੀ ਆਪਣੇ ਨਾਂ ਤੇ ਇਕਰਾਰਨਾਮਾ ਕਰ ਲੈਣਾ, ਇਹ ਇੱਕ ਵੱਡੇ ਸਬੂਤ ਨੇ ਮੈਨੂੰ ਲੱਗਦਾ ਕਿ ਜਿਹੜੇ ਵਿਜੀਲੈਂਸ ਨੇ ਜਾਂ ਜਿਹਨੂੰ ਕਹੀਏ ਕਿ ਵਿਜੀਲੈਂਸ ਨੇ ਸੌਂਪਤੇ ਨੇ, ਔਰ ਉਸ ਦੇ ਆਧਾਰ ਤੇ ਮੁੱਖ ਮੰਤਰੀ ਇਹ ਦਾਅਵਾ ਕਰ ਰਿਹਾ ਹੈ ਕਿ ਮੇਰੇ ਕੋਲ ਬਹੁਤ ਜਾਣਕਾਰੀ ਜੋੜ ਹੈ। ਦੇਖੋ ਸਰਕਾਰ 'ਚ ਰਹਿੰਦੇ ਹੋਏ ਕਿਸੇ ਪਿਛਲੇ ਮੰਤਰੀ ਦੀ ਜਾਣਕਾਰੀ ਹੋਣਾ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ, ਕਿਉਂਕਿ ਹੁਣ ਹਰਪਾਲ ਚੀਮਾ ਫਾਈਨਾਂਸ ਮਿਨਿਸਟਰ ਨੇ ਤੇ ਐਫਡੀ ਨੂੰ ਪਤਾ ਹੀ ਹੁੰਦਾ ਕਿ ਕਿਹੜੀਆਂ ਗੱਲਾਂ ਪਿਛਲੇ ਸਰਕਾਰਾਂ ਦੇ ਵਿੱਚ ਹੋਈਆਂ ਨੇ, ਕਿਹਨੂੰ ਰਿਆਇਤਾਂ ਦਿੱਤੀਆਂ ਨਹੀਂ ਦਿੱਤੀਆਂ, ਉਹ 'ਚ ਤੁਹਾਡਾ ਕੀ ਰੋਲ ਹੈ, ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸੋ ਕਈ ਚੀਜ਼ਾਂ ਏਦਾਂ ਬਾਹਰ ਨਹੀਂ ਆਉਂਦੀਆਂ, ਪਰ ਜਦੋਂ ਇਸ ਕਿਸਮ ਦੀ ਟਸਲ ਹੋ ਜਾਂਦੀ ਹੈ ਪੋਲੀਟੀਸ਼ੀਅਨਾਂ ਦੇ ਵਿੱਚ, ਦੋ ਵਿਰੋਧੀ ਪਾਰਟੀਆਂ ਦੇ ਵਿੱਚ ਜਿਹੜੀਆਂ ਸਰਕਾਰ ਤੇ ਪਿਛਲੀ ਸਰਕਾਰ ਦੇ ਵਿੱਚ ਨੇ, ਤਾਂ ਮੈਨੂੰ ਲੱਗਦਾ ਕਿ ਲੋਕਾਂ ਲਈ ਬੜਾ ਫਾਇਦੇਮੰਦ ਹੁੰਦਾ ਇਹ ਚੀਜ਼। ਬਹੁਤ ਸਾਰੀਆਂ ਚੀਜ਼ਾਂ ਫਿਰ ਬਾਹਰ ਆਉਣ ਲੱਗ ਜਾਂਦੀਆਂ ਨੇ, ਅਗਲਾ ਕਹਿੰਦਾ ਤੂੰ ਆਹ ਪਲਾਟ ਲਿੱਤਾ, ਉਹ ਕਹਿੰਦਾ ਤੂੰ ਵੀ ਤਾਂ ਉਹ ਪਲਾਟ ਲਿੱਤਾ ਹੀ ਸੀ ਨਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦੀ ਟਸਲਬਾਜ਼ੀ ਇਹਨਾਂ 'ਚ ਹੋਰ ਵਧਣੀ ਚਾਹੀਦੀ ਹੈ। ਮੈਨੂੰ ਤਾਂ ਲੱਗਦਾ ਕਿ ਜਿੰਨੀ ਇਸ ਤਰ੍ਹਾਂ ਦੀਆਂ ਲੁਕੋਈਆਂ ਹੋਈਆਂ ਅੰਡਰ ਕਾਰਪਟ ਜਿਹਨੂੰ ਕਹਿੰਦੇ ਆਪਾਂ ਚੀਜ਼ਾਂ ਚੱਲਦੀਆਂ ਨੇ ਉਹ ਬਾਹਰ ਆ ਜਾਣ ਤੇ ਲੋਕਾਂ ਦੇ ਸਾਹਮਣੇ ਐਨ ਸਾਫ਼ ਹੋ ਜਾਣ, ਤਾਂ ਪਤਾ ਚੱਲੇ ਵੀ ਇਹ ਲੋਕ ਕਿੰਨੇ ਇਮਾਨਦਾਰ ਨੇ, ਕਿੰਨੇ ਇਹਨਾਂ ਕੋਲੇ ਕੀ ਕਰਦੇ ਰਹੇ ਨੇ। ਜਿਵੇਂ ਇਹਨਾਂ ਦੀ ਗੱਲ ਸੀਗੀ ਕਿ ਮੈਂ ਸਿਕਿਉਰਿਟੀ ਨਹੀਂ ਲੈਂਦਾ, ਸਿਕਿਉਰਿਟੀ ਮੇਰੇ ਕੋਲ, ਤੁਹਾਨੂੰ ਯਾਦ ਹੋਊਗਾ ਸੁਖਬੀਰ ਬਾਦਲ ਨੇ ਇੱਕ ਲੰਬੀ ਡਿਟੇਲ ਦਿੱਤੀ ਸੀ ਵੀ ਕਿਸ ਘਰ ਦੇ ਵਿੱਚ ਕਿੰਨੀ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਇਹਨਾਂ ਕੋਲ ਹੈ। ਠੀਕ ਹੈ ਵੀ ਜਦੋਂ ਤੁਸੀਂ ਫੰਕਸ਼ਨ 'ਚ ਆਓ ਤਾਂ ਪਿੱਛੇ ਦੂਰ ਦਰਾਡੇ ਆਪਣੀ ਗੱਡੀ ਖੜਾ ਕੇ ਸਿਕਿਉਰਿਟੀ ਨੂੰ ਵਾਪਸ ਭੇਜ ਦਿਓ ਤੇ ਖੁਦ ਗੱਡੀ ਚਲਾ ਕੇ ਆ ਜਾਓ। ਇਹ ਤਾਂ ਉਹ ਮਤਲਬ ਜਿਹੜੀਆਂ ਡਰਾਮੇਬਾਜ਼ੀਆਂ ਨੇ ਚੱਲ ਸਕਦੀਆਂ ਨੇ, ਪਰ ਜ਼ਿਆਦਾ ਨਹੀਂ ਚੱਲਦੀਆਂ। ਇਹ ਲੋਕਾਂ ਸਰਕਾਰਾਂ ਨੂੰ ਤਾਂ ਐਟਲੀਸਟ ਪਤਾ ਹੀ ਹੁੰਦਾ ਹੈ ਵੀ ਕਿਸ ਚੀਜ਼ ਲਈ, ਕਿਸ ਬੰਦੇ ਨੂੰ ਕਿਸ ਚੀਜ਼ ਲਈ ਕਿੰਨੀ ਸੁਵਿਧਾ ਦਿੱਤੀ ਹੋਈ ਹੈ। ਇਹਦੇ 'ਚ ਦੋ ਪਹਿਲੂ ਨੇ। ਭਗਵੰਤ ਮਾਨ ਜਦੋਂ ਮਨਪ੍ਰੀਤ ਬਾਦਲ ਤੇ ਹਮਲਾ ਬੋਲਦੇ ਨੇ, ਦੋ ਪਹਿਲੂ ਨੇ। ਇੱਕ ਤਾਂ ਉਹਨਾਂ ਦੇ ਬਤੌਰ ਵਿੱਤ ਮੰਤਰੀ ਕਾਰਗੁਜ਼ਾਰੀਆਂ ਦਾ ਜ਼ਿਕਰ ਹੈ ਜਿਹੜਾ ਉਹ ਇੱਕ ਸ਼ੇਰ ਰਾਹੀਂ ਅੱਗੇ ਵਧਾਉਂਦੇ ਆ, ਲੇਕਿਨ ਵਿਅਕਤੀਗਤ ਹਮਲਾ ਬੜਾ ਤਿੱਖਾ ਹੈ। ਜਦੋਂ ਕਹਿੰਦੇ ਨਾ ਕਿ ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ, ਮੈਨੂੰ ਤੁਹਾਡੇ ਬਾਗਾਂ ਦੇ ਕੱਲੇ ਕਿੰਨੂ ਦਾ ਪਤਾ ਹੈ। ਫਿਰ ਉਹ ਆਪਣੀ ਗੱਡੀ ਆਪ ਚਲਾਉਣਾ, ਟੋਲ ਟੈਕਸ ਦੇਣਾ, ਇਹ ਸਭ ਡਰਾਮੇ ਨੇ। ਤੁਹਾਡੀ ਭਾਸ਼ਾ 'ਚ ਸ਼ੇਰ ਹਾਜ਼ਰ ਹੈ, ਜਵਾਬ ਦੀ ਉਡੀਕ ਰਹੇਗੀ। ਮਤਲਬ ਮਨਪ੍ਰੀਤ ਬਾਦਲ ਨੂੰ ਉਕਸਾਇਆ ਕਿ ਆ ਤਾਂ ਸਹੀ ਬਹਿਸ ਵਿੱਚ ਆ, ਫਿਰ ਇੱਥੇ ਉਹ ਉਹਨਾਂ ਦੇ ਵਿੱਤ ਮੰਤਰੀ ਹੁੰਦਿਆਂ ਦੀਆਂ ਕਾਰਗੁਜ਼ਾਰੀਆਂ ਤੇ ਸਿੱਧ। ਤਾਂ ਮੈਨੂੰ ਲੱਗਦਾ ਕਿ ਤੂੰ ਇੱਧਰ ਉੱਧਰ ਕੀ ना बात कर, ये बता कि काफिला क्यों लुटा, मुझे राहजनों से गिला नहीं, तेरी राहबरी का सवाल है। भास्कर साहब, दो पद्धरां ते हमला होया। पहले पद्धर तू भी नेस तो नबूद करता जिथे वो कहंदे कि मैं देनदार हाँ, मैं ईमानदार हाँ, मैं एक पैसे का रवादार नहीं है। मनप्रीत बादल कहंदे मैनू सब पता। भगवंत मान जवाब देंदे मैनू सब पता, ड्रामे ना करो जी। जिथे तक मनप्रीत बादल और भगवंत मान मुख मंत्री उन्होंने की गल हैगी है, सारे जानते हैं इको पार्टी के विच सीगे और भगवंत मान उन्होंने पॉलिटिक्स के विच लियाण वाले मनप्रीत बादल सीगे। पिछले दिनों के विच विजिलेंस दफ्तर के बाहर जदों मीडिया नाल गल कर रहे सी ते एक तरीके नाल चैलेंज कर रहे सी भगवंत मान उन्होंने, और वो तमाम वो गल्लां कर रहे सी जे कदी करदे हुंदे सी कि मैं टोल टैक्स है, सारी गल्लां जिहड़ा जिक्र कीता है। भगवंत मान उन्होंने ट्विटर के राही जवाब आंदा तुहाडे बाग दे एक किनू नूं जानदे भी होणगे, क्योंकि पीपीपी के टाइम इकट्ठे बैठ के उस बाग दे विच रोटी खांदे होणगे। पर यह गल सिर्फ किनूआ तक सीमित नहीं है, वो इंडीकेट कर रहे हैं कि जिहड़े क्लेम तुसीं उस प्रैस कॉन्फ्रेंस दे विच कीते सी उन्हां सारियां दी पोल मैं खोल सकदा। हो सकदा भगवंत मान उन्हां दे भी कोई लूज पॉइंट मनप्रीत बादल कोल होण, इस करके वो डायरैक्ट गल ते नहीं आ रहे। लेकिन आ जिहड़ी गल्लां चल रही है ना, हजे इशारे चल रही है, ना उकसा मैनू, मैं तैनूं उकसा रहा तू ना उकस, यह सारी गल्लां दे उत्ते
ਲੱਗਦਾ ਅੱਛਾ ਤੇ ਇਹ ਹੁੰਦਾ ਕਿ ਮਨਪ੍ਰੀਤ ਬਾਦਲ ਨੇ ਜਿਹੜੇ ਕਲੇਮ ਕੀਤੇ ਸੀ, ਅਸੀਂ ਕੱਲ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ, ਮਨਪ੍ਰੀਤ ਬਾਦਲ ਨੇ ਜੋ ਵੱਡੇ ਵੱਡੇ ਕਲੇਮ ਕੀਤੇ ਨੇ, ਆਪਣੀ ਇਮਾਨਦਾਰੀ ਦੇ ਸਬੂਤ ਦਿੱਤੇ ਨੇ, ਉਹਨਾਂ ਸਬੂਤਾਂ ਦੇ ਖਿਲਾਫ ਜਿੰਨੇ ਸਬੂਤ ਨੇ ਉਹ ਭਗਵੰਤ ਮਾਨ ਅਗਰ ਅੱਗੇ ਕਰਦੇ ਔਰ ਕਹਿੰਦੇ ਦੇਖੋ ਤੁਹਾਡੀ ਗੱਡੀ ਦਾ ਖਰਚੇ ਦਾ, ਤੇਲ ਦਾ ਖਰਚਾ ਆਹ ਲੱਖਾਂ ਰੁਪਇਆ ਆਹ ਹੈਗਾ, ਤੁਹਾਡੇ ਜਿਹੜੇ ਕਮਰਿਆਂ ਦੇ ਵਿੱਚ ਰਹਿਣ ਦਾ ਖਰਚਾ ਜਿਹੜਾ ਤੁਸੀਂ ਟੂਰ ਤੇ ਜਾਂਦੇ ਸੀ ਆਹ ਖਰਚਾ ਹੈਗਾ, ਕਿਉਂਕਿ ਮੁੱਖ ਮੰਤਰੀ ਕੋਲ ਤੇ ਸਾਰਾ ਰਿਕਾਰਡ ਹੈ, ਉਹਨਾਂ ਨੂੰ ਤੇ ਇੱਕ ਆਰਡਰ ਕਰਨਾ ਹੈ, ਉਸ ਆਰਡਰ ਦੇ ਰਾਹੀਂ ਸਾਰਾ ਕੱਚਾ ਚਿੱਠਾ ਨਿਕਲ ਕੇ ਆ ਜਾਣਾ ਹੈ, ਉਸ ਕੱਚੇ ਚਿੱਠੇ ਦਾ ਭਾਸਕਰ ਸਾਹਿਬ ਆਰਡਰ ਕਰਨਾ ਨਹੀਂ, ਕੀਤਾ ਜਾ ਚੁੱਕਿਆ ਹੋਣਾ। ਇਹ ਸਾਰਾ ਡਾਟਾ ਕੱਢ ਕੇ ਮਨਪ੍ਰੀਤ ਬਾਦਲ ਨੂੰ ਇਹ ਚੈਲੰਜ ਮੁੱਖ ਮੰਤਰੀ ਦਾ ਡਾਟਾ, ਤੁਸੀਂ ਜਿਹਨੂੰ ਕਹਿੰਦੇ ਹੋ ਨਾ ਤੱਥਾਂ ਦੇ ਆਧਾਰ ਦੇ ਉੱਤੇ ਆਇਆ ਹੋਊਗਾ, ਔਰ ਬਾਅਦ ਦੇ ਵਿੱਚ ਇਹ ਕਹਿਣਾ ਕਿ ਜਵਾਬ ਦੀ ਉਡੀਕ ਰਹੇਗੀ, ਅਗਲੀ ਵਾਰੀ ਤੱਥ ਨਸ਼ਰ ਹੋਣਗੇ। ਮੈਨੂੰ ਲੱਗਦਾ ਮਨਪ੍ਰੀਤ ਬਾਦਲ ਦਾ ਹੁਣ ਤੱਕ ਜੇ ਕੋਈ ਹੋਰ ਪੋਲੀਟੀਸ਼ੀਅਨ ਹੁੰਦਾ ਜਵਾਬ ਆ ਜਾਣਾ ਸੀ, ਕਿਉਂਕਿ ਮਨਪ੍ਰੀਤ ਬਾਦਲ ਦੇ ਕਲੇਮ ਵੱਡੇ ਨੇ ਔਰ ਉਹ ਇੱਕ ਇੱਕ ਗੱਲ ਦੇ ਉੱਤੇ ਇਹ ਕਹਿ ਚੁੱਕਿਆ ਕਿ ਮੈਂ ਕੋਈ ਕਿਸੇ ਸਰਕਾਰੀ ਅਹੁਦੇ ਤੇ ਹੁੰਦਿਆਂ ਸਹੂਲਤਾਂ ਨਹੀਂ ਵਰਤੀਆਂ। ਮੈਨੂੰ ਲੱਗਦਾ ਉਹ ਸਾਰੀ ਡਿਟੇਲ ਇੱਕ ਫਾਈਲ ਦੇ ਵਿੱਚ ਮੁੱਖ ਮੰਤਰੀ ਨੇ ਮੰਗਾ ਕੇ ਭੱਥੇ 'ਚ ਤੀਰ ਰੱਖ ਲਿਆ ਤੇ ਲੜਾਈ ਨੂੰ ਆਵਾਜ਼ ਮਾਰ ਲਿਆ। ਹੁਣ ਅੱਗੇ ਗੱਲ ਤੁਸੀਂ ਤੋਰੀ ਚੱਲੋ। ਇਹ ਗੱਲ ਲੱਗਦੀ ਹੈ ਕਿ ਜਿਸ ਤਰ੍ਹਾਂ ਕਿੰਨੂ ਦੇ ਇੱਕ ਇੱਕ ਯਾਨੀ ਕਿੰਨੂ ਇੱਕ ਇੱਕ ਕਿੰਨੂ ਦਾ ਪਤਾ ਹੋਣਾ, ਉਹ ਆਪਣੇ ਆਪ ਵਿੱਚ ਕਰਟਨ ਰੇਜ਼ਰ ਹੁੰਦਾ ਨਾ, ਜਿੱਦਾਂ ਡਰਾਮਾ ਸ਼ੁਰੂ ਹੋਣਾ ਸੀ ਜਾਂ ਗੱਲ ਸ਼ੁਰੂ ਕਰਨ ਤੋਂ ਪਹਿਲੇ ਇੱਕ ਪਰਦਾ ਉਠਾਉਂਦੇ ਨੇ ਤੇ ਉਹਦੇ ਵਿੱਚ ਕਿੰਨੂ ਦੇ ਬਾਗ ਦਿਖਾਉਣ ਵਾਲੀ ਗੱਲ, ਇੱਕ ਦੋ ਦਿਨਾਂ ਦੇ ਵਿੱਚ ਉਹ तमाम ਕੱਚੇ ਚਿੱਠੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਮਨਪ੍ਰੀਤ ਬਾਦਲ ਉਹਨਾਂ ਦੇ ਵੱਡੇ ਵੱਡੇ ਕਲੇਮ, ਕਿਉਂਕਿ ਉਹ ਕਲੇਮ ਇੰਨੇ ਕੁ ਵੱਡੇ ਸੀ, ਜੇ ਉਹਦੇ ਉੱਤੇ ਸਰਕਾਰ ਦਾ ਜਾਂ ਸਰਕਾਰੀ ਧਿਰ ਦਾ ਕੋਈ ਜਵਾਬ ਨਾ ਆਏ ਤੇ ਫਿਰ ਤੇ ਮਨਪ੍ਰੀਤ ਬਾਦਲ ਵਰਗਾ ਇਮਾਨਦਾਰ ਵਿਅਕਤੀ ਇਸ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਵੀ ਨਹੀਂ ਹੈ। ਆਪਾਂ ਇਹ ਠੋਕ ਕੇ ਕਹਿ ਸਕਦੇ ਹਾਂ, ਜਦ ਤੱਕ ਉਹ ਸਬੂਤ ਪੇਸ਼ ਨਹੀਂ ਕੀਤੇ ਜਾਂਦੇ, ਉਹ ਦਾਅਵੇ ਮਨਪ੍ਰੀਤ ਬਾਦਲ ਦੇ ਉਹਨਾਂ ਨੂੰ ਨੈਗੇਟ ਨਹੀਂ ਕੀਤਾ ਜਾਂਦਾ, ਤਦ ਤੱਕ ਇਹ ਕਿੰਨੂਆਂ ਦੇ ਬਾਗ ਦੀ ਚਰਚਾ ਜਾਂ ਕਿੰਨੂਆਂ ਦੀ ਚਰਚਾ ਕਰਨ ਨਾਲ ਮੁੱਖ ਮੰਤਰੀ ਉਹਨਾਂ ਦੀ ਗੱਲ ਨਹੀਂ ਬਣਦੀ ਹੈ। ਤੇ ਹਜੇ ਪਾਰਟੀ ਸ਼ੁਰੂ ਹੋਈ ਹੈ ਔਰ ਇੱਕ ਦੋ ਦਿਨਾਂ ਦੇ ਵਿੱਚ ਸ਼ਾਇਦ ਕੁਝ ਨਾ ਕੁਝ ਹੋਰ ਖੁਲਾਸੇ ਹੋ ਸਕਦੇ। ਅਸੀਂ ਮਨਪ੍ਰੀਤ ਬਾਦਲ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹ ਚੈਲੰਜ ਸਵੀਕਾਰ ਜ਼ਰੂਰ ਕਰਿਓ। ਜੇਕਰ ਤੁਸੀਂ ਇਹ ਸਵੀਕਾਰ ਨਹੀਂ ਕਰਦੇ ਤੇ ਲੋਕਾਂ ਦਾ ਭਰੋਸਾ ਇਮਾਨਦਾਰੀ ਦੇ ਦਾਅਵੇ ਕਰਨ ਵਾਲਿਆਂ ਤੋਂ ਉੱਠ ਜਾਣਾ ਜੇ। ਇਹ ਪੰਜਾਬ ਦੇ ਲੋਕਾਂ ਦੀ ਇੱਜ਼ਤ ਸਨਮਾਨ ਅਣਖ ਦਾ ਸਵਾਲ ਆ ਵੀ ਤੁਸੀਂ ਉਹਨਾਂ ਦੀ ਤਰਜਮਾਨੀ ਕਰਦੇ ਹੋ ਇਮਾਨਦਾਰਾਂ ਦੀ, ਉਹਨਾਂ ਸਾਰਿਆਂ ਨੇ ਭੁੰਜੇ ਲੈ ਜਾਣਾ ਜੇ। ਮਨਪ੍ਰੀਤ ਬਾਦਲ ਜੀ ਪੱਟ ਤੇ ਮਾਰੋ ਥਾਪੀ ਤੇ ਬੁਲਬੁਲੀ ਮਾਰ ਕੇ ਮੈਦਾਨ ਚ ਆਓ ਵੀ ਆਹ ਮੁੱਖ ਮੰਤਰੀ ਸਾਹਿਬ ਮੈਂ ਜਵਾਬ ਦੇ ਰਿਹਾ, ਪਰ ਨਾਲੇ ਵੀ ਜਵਾਬ ਦੇ ਦਿਓ ਵੀ ਜਿਹੜਾ ਮਾਮਲਾ ਤੁਸੀਂ ਜ਼ੋਰਦਾਰ ਤਰੀਕੇ ਨਾਲ ਉਠਾਉਂਦੇ ਰਹੇ ਕਿ 31,000 ਕਰੋੜ ਆਖਰੀ ਦਿਨਾਂ ਦੇ ਵਿੱਚ ਪੰਜਾਬ ਸਿਰ ਕਰਜ਼ ਰੂਪ ਚ ਕਿਉਂ ਚੜਿਆ, ਜਿਹੜਾ ਕਿ 3 ਹਿੱਸਿਆਂ ਚ ਵੰਡ ਕੇ ਵੱਖ-ਵੱਖ ਥਾਵਾਂ ਤੇ ਕੀਤਾ ਜਾ ਸਕਦਾ ਸੀ। ਨਾ ਐਲ ਰਾਜਨੀਤੀ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਏਡੀ ਵੱਡੀ ਕਰਤੀ, ਉਹ ਸਾਰੇ ਨਾਲ ਲੈ ਕੇ ਆਇਓ ਜਿੰਨੇ ਵੀ ਦਸਤਾਵੇਜ਼ ਹੋਣਗੇ, ਤੁਸੀਂ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਕਰਾਏ, 31,000 ਕਰੋੜ ਦੀ ਜਾਂਚ ਕਿਉਂ ਨਹੀਂ ਕਰਾਈ। ਉਦੋਂ ਦੇ ਫੂਡ ਐਂਡ ਸਪਲਾਈ ਮੰਤਰੀ, ਉਦੋਂ ਦੇ ਫਾਈਨਾਂਸ ਮੰਤਰੀ, ਉਦੋਂ ਦੇ ਬਾਕੀ ਸਾਰਿਆਂ ਨੂੰ ਕਟਹਿਰੇ 'ਚ ਕਿਉਂ ਨਹੀਂ ਖੜਾ ਕੀਤਾ, ਤੁਸੀਂ ਹੱਥ ਲਾ ਕੇ ਧੱਫਾ ਮਾਰ ਕੇ ਭੱਜ ਕਿਉਂ ਜਾਂਦੇ ਰਹੇ। ਉਹ ਸਾਰੀਆਂ ਚੀਜ਼ਾਂ ਲੈ ਕੇ ਆਇਓ, ਬੜੀ ਤਸੱਲੀ ਹੋਊਗੀ ਸੁਣ ਕੇ। ਇੰਦਰਪ੍ਰੀਤ ਜੀ, ਅਗਲਾ ਮਾਮਲਾ ਵੀ ਬੜਾ ਦਿਲਚਸਪ ਹੈ। ਸਵਾਲ ਗਵਰਨਰ ਸਾਹਿਬ ਨੇ ਉਠਾ ਕੇ ਮੁੱਖ ਮੰਤਰੀ ਨੂੰ ਵੀ ਉਹ ਉਕਸਾਤਾ, ਕਹਿੰਦੇ ਉਹ ਤੁਸੀਂ ਬਿੱਲਾਂ ਦੀ ਗੱਲ ਕਰਦੇ ਹੋ, ਸੈਸ਼ਨ ਗੈਰ ਕਾਨੂੰਨੀ ਸੀ। ਮੈਂ ਕਹਿ ਰਿਹਾ ਸੈਸ਼ਨ ਗੈਰ ਕਾਨੂੰਨੀ ਸੀ, ਮੈਂ ਕਹਿ ਰਿਹਾ ਕਿ ਰਾਜਪਾਲ ਸਾਹਿਬ ਐਸੇ ਕੋਈ ਅਜੇ ਵੀ ਆਧਾਰ ਮੌਜੂਦ ਨੇ ਜਿਹਦੇ ਕਾਰਨ ਉਹ ਪੂਰੀ ਤਰ੍ਹਾਂ ਜਿੰਨੇ ਬਿੱਲ ਪਾਸ ਹੋਏ ਆ ਉਹਨਾਂ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਚੁੱਕੇ ਨੇ। ਇਹਦਾ ਮਤਲਬ ਹੈ ਜੇ ਤੁਸੀਂ ਇੰਨੇ ਕੌਨਫੀਡੈਂਟ ਹੈਗੇ ਹੋ, ਇਹਦਾ ਮਤਲਬ ਤੁਸੀਂ ਹਰ ਲੜਾਈ ਲੜਨ ਲਈ ਤਿਆਰ ਹੋ। ਉਹ ਮੁੱਖ ਮੰਤਰੀ ਨੂੰ ਆਪਣੇ ਬੱਚਿਆਂ ਵਰਗਾ ਦੱਸਦੇ ਆ, ਪਰ ਨਾਲ ਦੀ ਨਾਲ ਉਹ ਕਹਿਣਾ ਨਹੀਂ ਭੁੱਲਦੇ ਕਿ ਤੁਸੀਂ ਹੜ੍ਹਾਂ ਤੋਂ ਪਹਿਲਾਂ ਇੰਤਜ਼ਾਮ ਨਹੀਂ ਕੀਤੇ, ਤੁਸੀਂ ਹੜ੍ਹਾਂ ਤੋਂ ਬਾਅਦ ਜਾ ਕੇ ਕੰਮ ਤਾਂ ਚੰਗਾ ਕੀਤਾ, ਪ੍ਰਸ਼ਾਸਨ ਨੇ ਵੀ ਬਿਹਤਰ ਕੀਤਾ, ਪਰ ਹੜ੍ਹ ਆਏ ਕਿਉਂ, ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ। ਸਿੱਧੇ ਰੂਪ 'ਚ ਕਹਿ ਰਿਹਾ। ਮੈਂ ਫਿਰ ਸਮਝਣਾ ਚਾਹੁੰਦਾ ਹੈ ਕਿ ਗਵਰਨਰ ਮੁੱਖ ਮੰਤਰੀ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰ ਰਿਹਾ, ਕਟਹਿਰੇ 'ਚ ਖੜਾ ਕਰ ਰਿਹਾ। ਹਾਲਾਂਕਿ ਉਹਨਾਂ ਨੇ ਵੀ ਜਾ ਕੇ ਦਿੱਲੀ ਦੇ ਵਿੱਚ ਬੜਕ ਮਾਰੀ ਆ ਕਿ ਸਾਡਾ ਗਵਰਨਰ ਤੇ ਮਿੰਟ ਲਾਉਂਦਾ ਚਿੱਠੀ ਲਿਖਣ ਲੱਗਿਆ, ਮਨੀਪੁਰ ਵਾਲੇ ਗਵਰਨਰ ਨੂੰ ਕੀ ਹੋਇਆ, ਉਹ ਕਿਉਂ ਨਹੀਂ ਲਿਖਦਾ ਚਿੱਠੀ, ਕਾਰਵਾਈ ਕਿਉਂ ਨਹੀਂ ਕਰਦਾ। ਕੱਲ ਉਹਨਾਂ ਰਾਸ਼ਟਰਪਤੀ ਰਾਜ ਲਾਉਣ ਦੀ ਵੀ ਮੰਗ ਕੀਤੀ। ਇਹ ਇਹਨਾਂ ਗੱਲ ਕਰਦੇ ਆ। ਸੋ ਮੈਨੂੰ ਸਭ ਤੋਂ ਪਹਿਲਾਂ ਦੱਸਿਓ ਕਿ ਗਵਰਨਰ ਕਿੰਨਾ ਆਧਾਰਾਂ ਤੇ ਇੱਕ ਵਾਰੀ ਇੰਨੇ ਜ਼ਿਆਦਾ ਕੌਨਫੀਡੈਂਟ ਨੇ ਕਿ ਇਹ ਸੈਸ਼ਨ ਗੈਰ ਕਾਨੂੰਨੀ ਸੀ। ਰੰਧਾਵਾ ਸਾਹਿਬ, ਮੈਂ ਤੈਨੂੰ ਪਰਸੋਂ ਵਾਲੇ ਐਪੀਸੋਡ 'ਚ ਕਿਹਾ ਸੀਗਾ ਕਿ ਵਿਧਾਨ ਸਭਾ ਜਾਂ ਸਰਕਾਰ ਦੋਨੋਂ ਪਰਸੋਂ ਲਾਉਂਦੇ, ਕਿਉਂਕਿ ਸਰਕਾਰ ਹੀ ਹੁੰਦੀ ਹੈ, ਵਿਧਾਨ ਸਭਾ ਵਾਲੇ ਪਾਸੇ ਵੀ ਉਹੀ ਹੁੰਦੇ ਆ। ਤੇ ਉਹਨਾਂ ਨੇ ਇਹ ਕਲੇਮ ਕੀਤਾ ਹੈਗਾ ਕਿ ਅਸੀਂ ਪਿਛਲਾ ਜਿਹੜਾ ਬਜਟ ਸੈਸ਼ਨ ਹੈ ਉਸੇ ਨੂੰ ਹੀ ਅੱਗੇ ਵਧਾਇਆ ਹੈ, ਯਾਨੀ ਕਿ ਉਹ ਐਕਸਟੈਂਸ਼ਨ ਹੈ ਉਹਦੀ, ਉਹ 'ਚ ਨਵਾਂ ਸੈਸ਼ਨ ਨਹੀਂ ਹੈ। ਤੇ ਇਸ ਕਰਕੇ ਉਹ
ਮਤਲਬ ਬੁਲਾ ਸਕਦੇ, ਕਿਉਂਕਿ ਪ੍ਰੋਰੋਗ ਨਹੀਂ ਹੋਇਆ ਹਜੇ ਤੱਕ। ਪ੍ਰੋਰੋਗ ਜਦ ਤੱਕ ਨਹੀਂ ਹੁੰਦਾ ਤਾਂ ਤੱਕ ਸਰਕਾਰ ਕੋਲ ਇਹ ਅਧਿਕਾਰ ਹੈ ਵੀ ਉਹ ਕਦੋਂ ਵੀ ਉਸੇ ਸੈਸ਼ਨ ਦੀ ਮੀਟਿੰਗ ਦੁਬਾਰਾ ਕਾਲ ਕਰ ਲੈਣ। ਸੋ ਉਸ ਦੌਰਾਨ ਤੱਕ ਸਾਰੇ ਕੰਮਕਾਜ ਪੂਰੇ ਹੋ ਚੁੱਕੇ ਹੈ। ਮਤਲਬ ਕੋਈ ਕੰਮ ਏਦਾਂ ਦਾ ਨਹੀਂ ਹੈ ਕਿ ਬਜਟ ਸੈਸ਼ਨ ਦਾ ਕੰਮ ਰਹਿੰਦਾ ਹੈ, ਯਾਨੀ ਕਿ ਮੇਨ ਕੰਮ ਬਜਟ ਪਾਸ ਕਰਨਾ ਹੋ ਗਿਆ ਹੈ, ਉਹਦੇ ਦੌਰਾਨ ਜਿਹੜੇ ਬਿੱਲ ਆਏ ਨੇ ਉਹ ਸਾਰੇ ਹੋ ਗਏ ਨੇ, ਹੋਰ ਜਿਹੜਾ ਬਿਜ਼ਨਸ ਹੈ ਉਹ ਵੀ ਹੋ ਚੁੱਕਿਆ। ਹੁਣ ਕੀ ਕਰਨਾ ਹੈ ਇਹ ਬਿਲਕੁਲ ਨਹੀਂ ਦੱਸਿਆ ਗਿਆ, ਤੇ ਕਦੋਂ ਤੱਕ ਨਹੀਂ ਆਪਾਂ ਪ੍ਰੋਰੋਗ ਰੱਖਾਂਗੇ, ਪ੍ਰੋਰੋਗ ਕਰਾਂਗੇ, ਇਹ ਵੀ ਨਹੀਂ ਦੱਸਿਆ ਉਸ 'ਚ। ਤਾਂ ਜਿਹੜਾ ਗਵਰਨਰ ਸਾਹਿਬ ਕਹਿ ਰਹੇ ਨੇ ਉਹ ਇਹ ਕਹਿ ਰਿਹਾ ਵੀ ਬਜਟ ਸੈਸ਼ਨ ਦਾ ਕਿਹੜਾ ਕੰਮ ਸੀ ਜਿਹੜਾ ਰਹਿ ਗਿਆ ਸੀਗਾ, ਉਹ ਮੈਨੂੰ ਦੱਸਿਆ ਜਾਏ। ਐ ਤਾਂ ਤੁਸੀਂ ਜਿੰਨਾ ਮਰਜ਼ੀ ਚ ਲਈ ਰੱਖ ਲਓ, ਮਤਲਬ ਉਹਨਾਂ ਦਾ ਉਹ ਹੈ ਵੀ ਤੁਸੀਂ ਕਹਿ ਰਹੇ ਹੋ ਬਜਟ ਸੈਸ਼ਨ ਦਾ ਕੰਮ ਅਸੀਂ ਹੋਰ ਕਰਨਾ ਹੈ, ਤਾਂ ਬਜਟ ਸੈਸ਼ਨ ਤਾਂ ਖਤਮ ਹੋ ਚੁੱਕਿਆ। ਜੋ ਏਜੰਡਾ ਸੀ ਉਹ ਤੁਸੀਂ ਭੇਜਿਆ ਸੀ ਉਹ ਪੂਰਾ ਹੋ ਗਿਆ, ਹੁਣ ਕੀ ਹੈ? ਸੋ ਇਸ ਕਰਕੇ ਇਹ ਜਿਹੜਾ ਔਰ ਨਵੇਂ ਸਿਰੇ ਤੋਂ ਕੋਈ ਅਗਰ ਸੈਸ਼ਨ ਬੁਲਾਣਾ ਹੈ ਤਾਂ ਗਵਰਨਰ ਦੀ ਮਨਜ਼ੂਰੀ ਜ਼ਰੂਰੀ ਹੈ। ਇਹਦਾ ਮਤਲਬ ਇੰਦਰਪ੍ਰੀਤ ਜੀ, ਗਵਰਨਰ ਬਨਵਾਰੀ ਲਾਲ ਪੁਰੋਹਿਤ ਇਹ ਚੰਗੀ ਤਰ੍ਹਾਂ ਜਾਣਦੇ ਆ ਕਿ ਸੰਵਿਧਾਨ ਦੇ ਇਸ ਪਹਿਲੂ ਦੀ ਪੂਰੀ ਵਿਆਖਿਆ ਕਿਤੇ ਵੀ ਨਹੀਂ ਹੈਗੀ ਪ੍ਰੋਰੋਗ ਹੋਣ ਦੇ ਮਾਮਲੇ 'ਚ, ਪਹਿਲੇ ਸੈਸ਼ਨ ਤੋਂ ਅੱਗੇ ਆਉਣ 'ਚ। ਇਹਦਾ ਮਤਲਬ ਹੈ ਕਿ ਜਿਹੜਾ ਇਹ ਆਪਸ ਵਿੱਚ ਭੰਬਲ ਭੂਸਾ ਹੈ, ਜਿਹੜੀ ਇਹ ਵਿਆਖਿਆ ਦੀ ਅਣਹੋਂਦ ਹੈ, ਕਿਤੇ ਵੀ ਕੋਈ ਸਪਸ਼ਟ ਰੂਲਸ ਨਹੀਂ ਹੈਗੇ ਕਿ ਕਦੋਂ ਤੱਕ ਪ੍ਰੋਰੋਗ ਨਹੀਂ ਕੀਤਾ ਜਾ ਸਕਦਾ, ਕਦੋਂ ਤੱਕ ਸੈਸ਼ਨ ਖੁੱਲਾ ਰੱਖਿਆ ਜਾ ਸਕਦਾ, ਕਦੋਂ ਤੱਕ ਗਵਰਨਰ ਫਾਈਲਾਂ ਦੱਬ ਕੇ ਬਹਿ ਸਕਦੇ ਨੇ। ਇਹਦਾ ਮਤਲਬ ਇਹ ਲੜਾਈ ਕਿਤੇ ਨਾ ਕਿਤੇ ਜਾ ਕੇ ਐਕਸਪਲੇਨ ਕਰਨੀ ਪਊਗੀ। ਵਿਆਖਿਆ ਹੋਣ ਤੱਕ ਇਹ ਮਾਮਲੇ ਖੁੱਲੇ ਆ, ਜਦੋਂ ਤੱਕ ਇਹਦੇ ਉੱਤੇ ਕੋਈ ਸਪਸ਼ਟ ਕਲੀਅਰ ਕੋਈ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਗਵਰਨਰ ਵੀ ਠੀਕ ਹੈ ਤੇ ਮੁੱਖ ਮੰਤਰੀ ਵੀ ਠੀਕ ਹੈ। ਦਾ ਮਤਲਬ ਇਹ ਲੜਾਈ ਜਿਹੜੀ ਆ ਇਹ ਕਾਨੂੰਨੀ ਨੁਕਤਾ ਨਿਗਾਹ ਤੋਂ ਬਣ ਗਈ। ਬਿਲਕੁਲ ਇਹ ਕਾਨੂੰਨੀ ਨੁਕਤਾ ਉਸ ਤੋਂ ਹੀ ਬਣਦੀ ਹੈ, ਕਿਉਂਕਿ ਕਈ ਵਾਰੀ ਰੰਧਾਵਾ ਸਾਹਿਬ ਆਪਾਂ ਰੂਲਸ ਜਾਂ ਆਪਾਂ ਕਹਿੰਦੇ ਵੀ ਕਾਨੂੰਨ ਤਾਂ ਅਸੀਂ ਬਣਾ ਲਿਆ, ਪਰ ਜਦੋਂ ਉਹ ਇੰਪਲੀਮੈਂਟ ਹੁੰਦੇ ਹੈ ਉਦੋਂ ਕੀ ਅੜਚਣਾਂ ਆਉਂਦੀਆਂ ਨੇ, ਇਹ ਉਸ ਤੋਂ ਬਹੁਤ ਸਾਰੀਆਂ ਚੀਜ਼ਾਂ ਏਦਾਂ ਦੀਆਂ ਆਉਂਦੀਆਂ ਜਿਹੜੀਆਂ ਕਾਨੂੰਨ 'ਚ ਹੋ ਸਕਦਾ ਨਾ ਹੀ ਹੋਣ। ਹੁਣ ਜਿਸ ਤਰ੍ਹਾਂ ਇਹੀ ਹੈ ਕਿ ਪ੍ਰੋਰੋਗ ਜਦ ਤੱਕ ਨਹੀਂ ਹੋਏਗਾ ਤਦ ਤੱਕ ਨਵਾਂ ਸੈਸ਼ਨ ਜਿਹੜਾ ਹੈਗਾ ਨਹੀਂ ਬੁਲਾਇਆ ਜਾ ਸਕਦਾ। ਮਤਲਬ ਪਹਿਲਾਂ ਪ੍ਰੋਰੋਗ ਕਰਨਾ ਪਏਗਾ, ਫਿਰ ਗਵਰਨਰ ਤੋਂ ਇਜਾਜ਼ਤ ਲੈਣੀ ਪਈ, ਫਿਰ ਆਏਗਾ ਸੈਸ਼ਨ। ਹੁਣ ਮੰਨ ਲਓ ਪ੍ਰੋਰੋਗ ਕਿੰਨਾ ਚਿਰ ਫਿਰ ਕਰੀ ਰੱਖਣਾ ਹੈ, ਮਤਲਬ ਕੀਤਾ ਨਹੀਂ ਜਾ ਸਕਦਾ। ਅਨਿਸ਼ਚਿਤ ਕਾਲੀਨ ਲਈ ਬੈਠਕ ਜਿਹੜੀ ਉਠਾਣੀ ਹੈ ਉਹ ਕਿੰਨਾ ਚਿਰ, 1 ਮਹੀਨਾ, 2 ਮਹੀਨੇ, 4 ਮਹੀਨੇ, ਕਿੰਨਾ ਚਿਰ? ਕਿਉਂਕਿ 6 ਮਹੀਨੇ ਦੇ ਅੰਦਰ ਅੰਦਰ ਇੱਕ ਸੈਸ਼ਨ ਕਰਨਾ ਜ਼ਰੂਰੀ ਹੁੰਦਾ ਹੈ। ਇਹ ਮਤਲਬ ਜ਼ਰੂਰੀ ਹੈ, ਮੈਂਡੇਟਰੀ ਹੈ ਕਿ ਤੁਸੀਂ ਪਹਿਲੇ ਸੈਸ਼ਨ ਤੋਂ ਅਗਲੇ ਸੈਸ਼ਨ ਦੇ ਵਿੱਚ 6 ਮਹੀਨੇ ਦਾ ਵਕਫਾ ਹੋਣਾ ਜ਼ਰੂਰੀ ਹੈ। ਤਾਂ ਇਹਨਾਂ ਦੇ ਵਿੱਚ ਕੰਮ ਕਰਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ, ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ ਉਹ ਵੀ ਐਜ਼ ਵਿਧਾਨ ਸਭਾ ਹੀ ਕੰਮ ਕਰਦੀਆਂ ਨੇ। ਇਸੇ ਤਰ੍ਹਾਂ ਹੀ ਜਿਹੜੀਆਂ ਮਤਲਬ ਅਗਰ ਮੰਨ ਲਓ ਕੋਈ ਕਾਨੂੰਨ ਲੈ ਕੇ ਆਣੇ ਆ, ਹੁਣ ਸੈਸ਼ਨ ਹੈ ਨਹੀਂ ਤਾਂ ਤੁਸੀਂ ਆਰਡੀਨੈਂਸ, ਉਹਦੇ ਪ੍ਰੋਵੀਜ਼ਨਸ ਹੈਗੇ ਆ, ਸਾਰੀਆਂ ਚੀਜ਼ਾਂ ਹੈਗੀਆਂ ਨੇ, ਪਰ ਉਹਦੀ ਇੱਕ ਟਾਈਮ ਲਿਮਿਟ ਹੈ ਕਿ ਅਗਲੇ 6 ਮਹੀਨੇ ਤੱਕ ਤੁਸੀਂ ਆ ਸਕਦੇ ਹੋ। ਪਰ ਜੇ ਤੁਸੀਂ ਪ੍ਰੋਰੋਗ ਹੀ ਨਹੀਂ ਕਰੋਗੇ ਇਹਦਾ ਕੋਈ ਟਾਈਮ ਲਿਮਿਟ ਨਹੀਂ ਹੈ। ਹੁਣ ਇੱਥੇ ਕਿਉਂਕਿ ਅੱਜ ਤੱਕ ਕਦੀ ਇਸ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ, ਕੰਮ ਚੱਲੀ ਜਾ ਰਿਹਾ ਸੀ, ਇਸ ਕਰਕੇ ਕੋਈ ਵਿਆਖਿਆ ਨਹੀਂ ਇਹਦੀ ਕਿ ਇਹ ਕਿੰਨਾ ਚਿਰ ਤੱਕ। ਜਿਵੇਂ ਆਪਾਂ ਕੱਲ ਉਸ ਦਿਨ ਵਿਧਾਨ ਸਭਾ ਸੈਕਟਰੀਏਟ ਤੋਂ ਪੁੱਛ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਟਾਈਮਲੈਸ ਹੈ। ਟਾਈਮਲੈਸ ਕਿਵੇਂ ਹੋ ਸਕਦੀ ਹੈ ਕੋਈ ਚੀਜ਼, ਕਿਉਂਕਿ ਅਗਲਾ ਸੈਸ਼ਨ 6 ਮਹੀਨੇ ਬਾਅਦ ਤਾਂ ਬੁਲਾਣਾ ਹੀ ਬੁਲਾਣਾ ਹੈ ਨਾ, ਤਾਂ ਕਿ ਉਹ ਬਿਨਾਂ ਗਵਰਨਰ ਦੀ ਮਨਜ਼ੂਰੀ ਤੋਂ ਬੁਲਾਇਆ ਜਾਊਗਾ? ਇਹ ਸਾਰੇ ਸਵਾਲ ਨੇ ਜਿਨ੍ਹਾਂ ਦੀ ਵਿਆਖਿਆ ਹੋਣੀ ਜ਼ਰੂਰੀ ਹੈ। ਮੈਨੂੰ ਲੱਗਦਾ ਕਿ ਜਦੋਂ ਇਦਾਂ ਦੇ ਕੇਸ ਸੁਪਰੀਮ ਕੋਰਟ 'ਚ ਚਲੇ ਜਾਂਦੇ ਆ ਤਾਂ ਜਿਹੜੇ ਸੰਵਿਧਾਨਿਕ ਬੈਂਚ ਬੈਠਦੇ ਆ ਉਦੋਂ ਇਹਨਾਂ ਚੀਜ਼ਾਂ ਦੀ ਵਿਆਖਿਆ ਵਧੀਆ ਤਰੀਕੇ ਨਾਲ ਹੋ ਸਕਦੀ ਹੈ। ਅੱਜ ਦਿਨ ਕੋਸ਼ਿਸ਼ ਕਰਾਂਗੇ ਸ਼ਾਇਦ ਕੋਈ ਇਸ ਤਰ੍ਹਾਂ ਦੀ ਵਿਆਖਿਆ ਅਵੇਲੇਬਲ ਵੀ ਹੋਵੇ। ਗਵਰਨਰ ਜੇ ਕੋਈ ਲਿਖ ਕੇ ਭੇਜ ਰਿਹਾ ਤੇ ਉਹਦੇ ਕੋਈ ਅਰਥ ਨੇ। ਪਰ ਮੈਂ ਇੱਥੇ ਇੱਕ ਸਵਾਲ ਜ਼ਰੂਰ ਉਠਾਉਣਾ ਚਾਹੂੰਗਾ ਕਿ ਪਿਛਲੀ ਵਾਰੀ ਜਦੋਂ ਇਹ ਸੁਪਰੀਮ ਕੋਰਟ 'ਚ ਗਏ ਸੀ ਤੇ ਉਸ ਵੇਲੇ ਗਵਰਨਰ ਨੂੰ ਸਪਸ਼ਟ ਹਦਾਇਤ ਕੀਤੀ ਗਈ ਸੀ ਕਿ ਤੁਸੀਂ ਕਿਸੇ ਵੀ ਸੈਸ਼ਨ ਨੂੰ ਇਜਾਜ਼ਤ ਦੇਣ ਤੋਂ ਨਾ ਨਹੀਂ ਕਰ ਸਕਦੇ। ਸੋ ਪੰਜਾਬ ਸਰਕਾਰ ਜੇਕਰ ਇਹ ਪ੍ਰੋਰੋਗ ਕਰ ਵੀ ਲੈਂਦੀ, ਹਰਜ ਕੀ ਸੀ? ਗਵਰਨਰ ਨੂੰ ਹਦਾਇਤ ਆ ਕਿ ਤੁਸੀਂ ਮੰਤਰੀ ਮੰਡਲ ਵੱਲੋਂ ਆਏ ਇਸ ਤਰ੍ਹਾਂ ਦੇ ਕਿਸੇ ਵੀ ਮਨਜ਼ੂਰੀ ਲਈ ਆਏ ਕਿਸੇ ਵੀ ਮਾਮਲੇ ਨੂੰ ਰੋਕ ਨਹੀਂ ਸਕਦੇ। ਸੋ ਗਵਰਨਰ ਨੇ ਸੈਸ਼ਨ ਦੀ ਪਰਮਿਸ਼ਨ ਦੇਣੀ ਸੀ। ਇੱਕ ਵਾਰੀ ਨਾ ਦਿੰਦੇ, ਦੂਜੀ ਵਾਰੀ ਦੇ ਦਿੰਦੇ, ਇੱਕ ਏਜੰਡੇ ਨੂੰ ਰੋਕ ਲੈਂਦੇ, ਤੁਸੀਂ ਦੂਜਾ ਭੇਜ ਦਿੰਦੇ, ਤੁਸੀਂ ਸਪਲੀਮੈਂਟਰੀ ਏਜੰਡੇ 'ਚ ਜੋ ਮਰਜ਼ੀ ਲੈ ਆਉਂਦੇ। ਸੋ ਕਈ ਵਾਰੀ ਲੜਾਈਆਂ ਜਾਣ ਬੁੱਝ ਕੇ ਸ਼ੁਰੂ ਵੀ ਕੀਤੀਆਂ ਜਾਂਦੀਆਂ। ਦੂਜੀ ਗੱਲ 167 ਦੇ ਵਿੱਚ ਉਹ ਕਹਿੰਦੇ ਮੈਨੂੰ ਜਵਾਬ ਦੇ ਆ ਸਰਕਾਰ, ਜਵਾਬ ਮੈਨੂੰ ਨਹੀਂ ਦਿੰਦੀ। ਸੋ ਸਵਾਲ ਉੱਥੇ ਹੀ ਅੜਿਆ ਜਿੱਥੇ ਸਵਾਲ ਤੁਰਿਆ ਸੀ, ਜਿੱਥੋਂ ਸੁਪਰੀਮ ਕੋਰਟ ਦੇ ਵਿੱਚੋਂ ਡਾਇਰੈਕਸ਼ਨ ਹੋਈ ਸੀ। ਨਾ ਤਾਂ ਪੰਜਾਬ ਸਰਕਾਰ ਨੇ ਉਹਨੂੰ ਤੁਸੀਂ ਪ੍ਰੋਰੋਗ ਕਰਕੇ ਨਵੇਂ ਸਿਰਿਓਂ ਪਰਮਿਸ਼ਨ ਲੈ ਕੇ ਸੈਸ਼ਨ ਬੁਲਾਉਂਦੇ, ਮੇਰਾ ਖਿਆਲ ਉਹ ਵੀ ਤੁਹਾਨੂੰ ਜੇ
ਗਵਰਨਰ ਰੋਕਦੇ ਤੇ ਕੇਂਦਰ ਤੇ ਹਮਲਾ ਕਰਨ ਦਾ ਮੌਕਾ ਮਿਲਣਾ ਸੀ, ਪੂਰੀ ਸਿਆਸਤ ਹੋਣੀ ਸੀ। ਖੈਰ ਛੱਡਦੇ ਆ, ਭਾਸਕਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ। ਵੈਸੇ ਭਾਸਕਰ ਸਾਹਿਬ, ਮੁੱਖ ਮੰਤਰੀ, ਜਿਹੜੀ ਗੱਲ ਮਨਪ੍ਰੀਤ ਬਾਦਲ ਦੇ ਮਾਮਲੇ 'ਚ ਕੌਨਫੀਡੈਂਟਲੀ ਮੁੱਖ ਮੰਤਰੀ ਨੇ ਕੀਤੀ ਹੈ, ਉਹੀ ਗੱਲ ਗਵਰਨਰ ਨੇ ਪੂਰੇ ਆਪਣੇ ਗੜਸ ਨਾਲ, ਜੁਰਤ ਨਾਲ ਮੁੱਖ ਮੰਤਰੀ ਤੇ ਕੀਤੀ ਹੈ। ਇਹਦਾ ਮਤਲਬ ਲੜਾਈ ਇਦਾਂ ਤੁਰ ਰਹੀ ਆ। ਉਂਝ ਸਾਡੇ ਮੁੱਖ ਮੰਤਰੀ ਦਿੱਲੀ ਦੇ ਵਿੱਚ ਕਾਫੀ ਕੁਝ ਕਹਿ ਰਹੇ ਸੀ, ਤੁਸੀਂ ਉਸ ਗੱਲ ਨੂੰ ਅੱਗੇ ਵਧਾ ਦਿਓ। ਜਿੱਥੇ ਤੱਕ ਗਵਰਨਰ ਸਾਹਿਬ ਦੀ ਗੱਲ ਕਰੀਏ, ਕੱਲ ਜਲੰਧਰ ਸੀਗੇ ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ। ਉਹਨਾਂ ਨੇ ਦੋ ਗੱਲਾਂ ਬੜੇ ਸਪਸ਼ਟ ਤੌਰ ਤੇ ਕੀਤੀ। ਇੱਕ ਕਿ ਉਹ ਜਿਹੜਾ ਸੈਸ਼ਨ ਸੀਗਾ ਉਹ ਇਲੀਗਲ ਸੀਗਾ, ਔਰ ਇਸ ਕਰਕੇ ਜਿਹੜੇ 4 ਬਿੱਲ ਪੇਸ਼ ਕੀਤੇ ਨੇ ਜਾਂ ਪਾਸ ਕੀਤੇ ਨੇ ਵਿਧਾਨ ਸਭਾ ਦੇ, ਉਹ ਵੀ ਇਲੀਗਲ ਨੇ। ਹੁਣ ਦੇਖੋ, ਹਜੇ ਤੱਕ ਉਹ ਬਿੱਲ ਦੀ ਵਾਪਸੀ ਨਹੀਂ ਹੋਈ, ਲੇਕਿਨ ਵਾਪਸੀ ਨਾ ਹੁੰਦੇ ਹੋਏ ਵੀ ਗਵਰਨਰ ਸਾਹਿਬ ਦਾ ਪਬਲਿਕ ਡੋਮੇਨ ਦੇ ਵਿੱਚ ਇਹ ਗੱਲ ਕਹਿਣਾ ਕਿ ਉਹ 4 ਬਿੱਲ ਵੀ ਇਲੀਗਲ ਨੇ, ਇਹ ਮੁੱਦਾ ਹਜੇ ਅੱਗੇ ਵਧਣਾ ਬਾਕੀ ਹੈ। ਕਾਰਨ ਕਿ ਕੁਝ ਕਨਸਟੀਟਿਊਸ਼ਨਲ ਐਕਸਪਰਟਸ ਦੇ ਨਾਲ ਮੇਰੀ ਵੀ ਗੱਲ ਹੋਈ, ਉਹਨਾਂ ਦਾ ਇਹ ਓਪੀਨੀਅਨ ਸੀਗਾ ਕਿ ਬਜਟ ਸੈਸ਼ਨ ਸਿਰਫ ਉਸ ਸੈਸ਼ਨ ਦਾ ਨਾਂ ਹੈ। ਇਹ ਕਿੱਥੇ ਲਿਖਿਆ ਹੋਇਆ ਕਿ ਬਜਟ ਸੈਸ਼ਨ ਦੇ ਵਿੱਚ ਹੋਰ ਕੋਈ ਕੰਮ ਨਹੀਂ ਹੋ ਸਕਦਾ ਅਦਰ ਦੈਨ ਬਜਟ ਰਿਲੇਟਡ। ਤੇ ਇਹ ਕਰਕੇ, ਜੋ ਕਿ ਲੈਜਿਸਲੇਟਿਵ ਅਸੈਂਬਲੀ ਦਾ ਤੇ ਕੰਮ ਹੀ ਲੈਜਿਸਲੇਟਿਵ ਜਾਂ ਲੈਜਿਸਲੇਸ਼ਨ ਨੂੰ ਪਾਸ ਕਰਨਾ ਹੈਗਾ, ਉਸ ਕਰਕੇ ਇਹ ਜ਼ਰੂਰੀ ਨਹੀਂ ਹੈ ਕਿ ਪ੍ਰੋਰੋਗ ਨਾ ਕੀਤੇ ਹੋਏ ਸੈਸ਼ਨ ਦੇ ਵਿੱਚ ਬਜਟ ਰਿਲੇਟਡ ਕੰਮ ਹੀ ਹੋਣਾ ਚਾਹੀਦਾ ਹੈ, ਕਿਉਂਕਿ ਉਹ ਬਜਟ ਸੈਸ਼ਨ ਸੀ। ਹੁਣ ਮੌਨਸੂਨ ਸੈਸ਼ਨ ਦੀ ਗੱਲ ਕਰ ਰਹੇ ਹੋ, ਕਿ ਇਹਦੇ ਵਿੱਚ ਬਾਰਿਸ਼ਾਂ ਦੀ ਹੀ ਗੱਲ ਹੋਏਗੀ ਜਾਂ ਬਾਰਿਸ਼ਾਂ ਦੇ ਸੰਬੰਧਿਤ ਹੀ ਕੋਈ ਕਾਨੂੰਨ ਜਾਂ ਲੈਜਿਸਲੇਟਿਵ ਪਾਸ ਕੀਤੇ ਜਾਣਗੇ? ਇਹ ਵੀ ਇੱਕ ਕਨਸਟੀਟਿਊਸ਼ਨਲ ਐਕਸਪਰਟਸ ਦੀ ਇੱਕ ਬਹਿਸ ਹੈ। ਇਸ ਮੁੱਦੇ ਦੇ ਉੱਤੇ ਵੀ ਸਰਕਾਰ ਸ਼ਾਇਦ ਅੱਗੇ ਚੱਲ ਕੇ ਅੱਗੇ ਵੱਧ ਸਕਦੀ ਹੈ, ਕਿਉਂਕਿ ਜਦ ਭਗਵੰਤ ਮਾਨ ਉਹਨਾਂ ਇਹ ਗੱਲ ਕਹਿੰਦੇ ਨੇ ਕਿ ਥੋੜੀ ਦੇਰ ਠਹਿਰੋ, ਇਹ 4 ਬਿੱਲਾਂ ਦੇ ਉੱਤੇ ਸਾਈਨ ਹੋਣਗੇ, ਪਾਸ ਹੋਣਗੇ, ਉਹਦੇ ਪਿੱਛੇ ਵੀ ਕੋਈ ਕਾਰਨ ਹੋ ਸਕਦੇ ਨੇ। ਹੁਣ ਭਗਵੰਤ ਮਾਨ ਉਹਨਾਂ ਦੀ ਹੀ ਜਦ ਗੱਲ ਕਰ ਰਿਹਾ, ਤੇ ਕੱਲ ਦਿੱਲੀ ਪਹੁੰਚੇ ਸੀਗੇ ਸਾਡੇ ਪਾਰਲੀਮੈਂਟ ਦੇ ਵਿੱਚ ਬਾਹਰ ਕਾਲੇ ਕੱਪੜਿਆਂ ਦੇ ਵਿੱਚ ਬੈਠੇ ਹੋਏ ਐਮਪੀਜ਼, ਜਿਹਦੇ ਵਿੱਚ ਖਾਸ ਤੌਰ ਤੇ ਸੰਜੇ ਸਿੰਘ ਉਹਨਾਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਉਸ ਤੋਂ ਬਾਅਦ ਮੀਡੀਆ ਨਾਲ ਵੀ ਗੱਲ ਕੀਤੀ। ਜਦੋਂ ਮੀਡੀਆ ਨਾਲ ਗੱਲ ਕਰ ਰਹੇ ਸੀ, ਉਹ ਗੱਲ ਮਨੀਪੁਰ ਦੀ ਕਰ ਰਹੇ ਸੀ ਕਿ ਮਨੀਪੁਰ ਦੇ ਵਿੱਚ ਜੋ ਕੁਝ ਹੋਇਆ ਉਹ ਪੂਰੇ ਦੇਸ਼ ਨੂੰ ਇੱਕ ਆਪਣੇ ਆਪ ਵਿੱਚ ਸ਼ਰਮਨਾਕ ਕਰਨ ਵਾਲੀ ਗੱਲ ਹੈਗੀ ਹੈ। ਔਰ ਨਾਲ ਦੇ ਨਾਲ ਉਹ ਗਵਰਨਰਾਂ ਦਾ ਵੀ ਜ਼ਿਕਰ ਕਰਦੇ ਨੇ। ਉਹ ਕਹਿੰਦੇ ਨੇ 28 ਸੂਬੇ ਤੇ 2 ਅਮਿਤ ਸ਼ਾਹ ਉਹਨਾਂ ਤੇ 1 ਨਰਿੰਦਰ ਮੋਦੀ ਹੋਣਾ, ਇਹ 30 ਬੰਦੇ ਚਲਾ ਲੈਣ ਸਾਰੇ ਸੂਬੇ। ਫਿਰ ਇਲੈਕਸ਼ਨ ਕਰਾਉਂਦੇ ਕਿਉਂ ਨੇ? ਜਿੱਥੇ ਤੁਸੀਂ ਇਲੈਕਟਿਡ ਗਵਰਨਮੈਂਟ ਨੂੰ ਕੰਮ ਨਾ ਕਰਨ ਦੇਣ ਦੇ ਵਾਸਤੇ ਗਵਰਨਰ ਨੂੰ ਖਾਸ ਕਰਕੇ ਗੈਰ ਭਾਜਪਾ ਸੂਬਿਆਂ ਦੇ ਵਿੱਚ ਲਾਇਆ ਹੋਇਆ। ਔਰ ਇੱਕ ਤਰੀਕੇ ਨਾਲ ਉਹ ਮਨੀਪੁਰ ਦੇ ਵਿੱਚ ਤੁਰੰਤ ਪ੍ਰੈਜ਼ੀਡੈਂਟ ਰੂਲ ਲਾਉਣ ਦੀ ਗੱਲ ਕਰਦੇ ਨੇ, ਮੰਗ ਕਰਦੇ ਨੇ ਕਿ ਮਨੀਪੁਰ ਦੇ ਵਿੱਚ ਏਦਾਂ ਦੇ ਹਾਲਾਤ ਨੇ ਜਿਹਦੇ ਵਿੱਚ ਪ੍ਰੈਜ਼ੀਡੈਂਟ ਰੂਲ ਇਮੀਡੀਏਟਲੀ ਲਾਇਆ ਜਾਣਾ ਚਾਹੀਦਾ। ਔਰ ਉਹ ਵੀ ਤਦ ਜਦ ਸਾਡੇ ਗਵਰਨਰ ਸਾਹਿਬ ਦੇ ਨਾਲ ਉਹਨਾਂ ਦਾ 36 ਦਾ ਆંકੜਾ ਹੈ, ਯਾਨੀ ਪ੍ਰੈਜ਼ੀਡੈਂਟ ਰੂਲ ਦੀ ਵਕਾਲਤ ਕਰਦੇ ਹੋਏ ਸਾਡੇ ਮੁੱਖ ਮੰਤਰੀ ਕੱਲ ਪਾਰਲੀਮੈਂਟ ਦੇ ਬਾਹਰ, ਦਿੱਲੀ ਪਾਰਲੀਮੈਂਟ ਦੇ ਬਾਹਰ ਦੇਖੇ ਗਏ। ਵੈਸੇ ਇੰਦਰਪ੍ਰੀਤ ਜੀ, ਇਹ ਮੈਨੂੰ ਬੜੀ ਜੱਗੋਂ 13ਵੀਂ ਗੱਲ ਲੱਗੀ, ਜਾਂ ਤੇ ਉਹਨਾਂ ਦੇ ਮੂੰਹ ਚੋਂ ਸਹਿਜ ਸੁਭਾਅ ਨਿਕਲ ਗਿਆ, ਕਿਉਂਕਿ ਸਿਆਸੀ ਲੋਕ ਇਹੀ ਡਿਮਾਂਡ ਕਰਦੇ ਹੁੰਦੇ ਦੂਜਿਆਂ ਦੇ ਮਾਮਲੇ 'ਚ ਵੀ ਇਹਨੂੰ ਕਰੋ ਬਰਖਾਸਤ, ਲਿਆਓ ਰਾਸ਼ਟਰਪਤੀ ਰਾਜ। ਹੁਣ ਇਹੀ ਜਿਹੀਆਂ ਪਰਿਸਥਿਤੀਆਂ ਜੇ ਕਦੇ ਪੰਜਾਬ ਦੇ ਵਿੱਚ ਜਿੱਦਾਂ ਟਕਰਾਅ ਚੱਲਦੇ ਪਏ ਆ ਮੁੱਖ ਮੰਤਰੀ ਦੇ ਨਾਲ ਰਾਜਪਾਲ ਦੀ ਜਿਹੜੀ ਸਥਿਤੀ ਆ, ਉਹਦੇ ਵਿੱਚ ਤਾਂ ਰਾਜਪਾਲ ਬਾਰ-ਬਾਰ ਕਹਿ ਰਹੇ ਨਾ ਸਰਕਾਰ ਕਾਨੂੰਨ ਅਨੁਸਾਰ ਨਹੀਂ ਚੱਲ ਰਹੀ, ਸਰਕਾਰ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ, ਸੰਵਿਧਾਨਕ ਨਹੀਂ ਆ ਕੰਮ। ਇਹਦਾ ਮਤਲਬ ਹੈ ਕਿ ਇਹੋ ਜਿਹੇ ਉਹਨਾਂ ਕੋਲ ਕਾਫੀ ਸਬੂਤ ਉਹ ਇਕੱਠੇ ਕਰਕੇ ਜੇ ਉਹ ਚਲੇ ਜਾਣ ਵੀ ਦੇਖੋ ਜੀ ਇਹ ਤਾਂ ਮੰਨਦੇ ਹੀ ਨਹੀਂ, ਇਹ ਤਾਂ ਸੰਵਿਧਾਨ ਦੇ ਅਨੁਸਾਰ ਕੰਮ ਹੀ ਨਹੀਂ ਕਰ ਰਹੀ ਸਰਕਾਰ, ਇਹਨੂੰ ਕਰੋ ਬਰਖਾਸਤ। ਮੰਨ ਲਓ ਇਸ ਤਰ੍ਹਾਂ ਦੀ ਬਹਿਸ ਸ਼ੁਰੂ ਹੋ ਜੇ। ਇਹ 10 ਸਾਲ ਦੇ ਲਗਭਗ 10 ਵਾਰੀਆਂ ਐਕਸਟੈਂਡ ਹੋਇਆ ਪਾਰਲੀਮੈਂਟ ਦੇ ਵਿੱਚ। ਇਹ ਵੈਸੇ ਪ੍ਰੋਵੀਜ਼ਨ ਨਹੀਂ, ਬਾਰ-ਬਾਰ ਇਹ 'ਚ ਸਹਿਮਤੀ ਲੈ ਕੇ ਪੰਜਾਬ ਦੇ ਵਿੱਚ ਗਵਰਨਰ ਰੂਲ ਪ੍ਰੈਜ਼ੀਡੈਂਟ ਰੂਲ ਜਿਹੜਾ ਉਹ ਬਾਰ-ਬਾਰ ਐਕਸਟੈਂਡ ਕੀਤਾ ਗਿਆ। ਪੰਜਾਬ ਦਾ ਭੁਗਤ ਭੋਗੀ ਆ। ਮੇਰੇ ਖਿਆਲ ਪੰਜਾਬ ਦੇ ਕਿਸੇ ਵੀ ਰਾਜਨੇਤਾ ਨੂੰ ਕਿਸੇ ਵੀ ਹੋਰ ਜਗ੍ਹਾ ਲਈ ਇਹ ਮੰਗ ਨਹੀਂ ਕਰਨੀ ਚਾਹੀਦੀ, ਇਹ ਮੰਨਿਆ ਜਾਂਦਾ ਸਿਧਾਂਤਕ ਤੌਰ ਤੇ। ਪਰ ਜੋ ਮਨੀਪੁਰ 'ਚ ਹੋ ਰਿਹਾ, ਹੁਣ ਦੇਖਣ ਵਾਲੀ ਗੱਲ ਤਾਂ ਉੱਥੇ ਇੰਦਰਪ੍ਰੀਤ ਜੀ ਇਹ ਵੀ ਹੈ ਨਾ ਕਿ ਰਾਜ ਸਰਕਾਰ ਵੀ ਭਾਜਪਾ ਦੀ ਹੈ, ਗਵਰਨਰ ਵੀ ਭਾਜਪਾ ਅਪੁਆਇੰਟ ਕਰ ਰਹੀ ਹੈ, ਰਾਸ਼ਟਰਪਤੀ ਵੀ ਭਾਜਪਾ ਦਾ। ਸੋ ਮੁੱਖ ਮੰਤਰੀ ਸਾਹਿਬ ਇਹ ਮੰਗ ਕਰਨ ਲੱਗਿਆ, ਪਤਾ ਨਹੀਂ ਕਿਸ ਸੋਚ ਵਿੱਚੋਂ ਇਹਨੂੰ ਕਰ ਗਏ, ਮੈਨੂੰ ਅਜੀਬੋ-ਗਰੀਬ ਜਿਹਾ ਲੱਗਿਆ। ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਉਹਦੇ ਵਿੱਚ ਕੇਂਦਰ ਦਖਲ ਦਿੰਦਾ ਜਾ ਕੇ ਵੀ ਅਸੀਂ ਆਪਣਾ ਰਾਜ ਗਵਰਨਰ ਰਾਹੀਂ ਜਾਂ ਪ੍ਰੈਜ਼ੀਡੈਂਟ ਰੂਲ ਲਾ ਕੇ ਸਥਾਪਿਤ ਕਰ ਲਾਂਗੇ। ਪਰ ਜਦੋਂ ਉਹਨਾਂ ਦਾ ਸਭ ਕੁਝ ਹੈ ਤੇ ਉਹਨਾਂ ਦਾ ਮੁੱਖ ਮੰਤਰੀ ਉਹਨਾਂ ਤੋਂ ਬਾਹਰ ਥੋੜਾ, ਉਹਨਾਂ ਦਾ ਗਵਰਨਰ ਉਹਨਾਂ ਤੋਂ ਬਾਹਰ ਥੋੜੀ। ਸੋ ਮੈਨੂੰ ਇਹ ਥੋੜੀ ਅਟਪਟੀ ਗੱਲ ਲੱਗੀ। ਬਿਲਕੁਲ, ਇਹ ਥੋੜੀ ਅਟਪਟੀ ਨਹੀਂ ਹੈ, ਬਹੁਤ ਜ਼ਿਆਦਾ ਅਟਪਟੀ ਗੱਲ ਹੈਗੀ ਹੈ। ਅਸਲ ਦੇ ਵਿੱਚ ਰੰਧਾਵਾ ਸਾਹਿਬ ਹੁੰਦਾ ਕੀ ਹੈ ਨਾ ਕਿ ਜਿੱਥੇ ਤਾਂ ਤੁਸੀਂ ਸਰਕਾਰ ਦੇ ਵਿੱਚ ਹੋ, ਉੱਥੇ ਤਾਂ ਤੁਸੀਂ ਕਹਿੰਦੇ ਹੋ ਵੀ ਕੋਈ ਇਹ ਚੁਣੀ ਹੋਈ ਸਰਕਾਰ ਹੈ, ਇਹਦੇ ਉੱਤੇ ਕੋਈ ਰਾਜਪਾਲ ਨਹੀਂ, ਕੋਈ ਰਾਸ਼ਟਰਪਤੀ ਨਹੀਂ, ਕੋਈ ਕੁਝ ਨਹੀਂ ਹੈ। ਚੁਣੀ ਹੋਈ ਸਰਕਾਰ ਨੂੰ ਹੀ ਸਾਰਾ ਅਧਿਕਾਰ ਹੈ, ਉਹ ਜੋ ਕਰਨਾ ਚਾਹੇ ਕਰੇ। ਪਰ ਜਿੱਥੇ ਤੁਸੀਂ ਗੱਲ, ਚਾਹੇ ਬੇਸ਼ੱਕ ਤੁਸੀਂ ਸਰਕਾਰ 'ਚ ਹੀ ਹੋ, ਲੇਕਿਨ
ਕਿਸੇ ਹੋਰ ਸੂਬੇ ਦੀ ਗੱਲ ਇਸ ਢੰਗ ਨਾਲ ਕਰ ਰਹੇ ਹੋ ਜਿੱਥੇ ਤੁਸੀਂ ਆਪੋਜੀਸ਼ਨ ਚੋਂ, ਤਾਂ ਤੁਸੀਂ ਉਦਾਂ ਦੀ ਗੱਲ ਕਰਦੇ ਹੋ ਜਿਵੇਂ ਭਗਵੰਤ ਮਾਨ ਹੋਰਾਂ ਨੇ ਕੀਤੀ ਹੈ। ਸੋ ਬੁਨਿਆਦੀ ਫਰਕ ਕੋਈ ਨਹੀਂ ਹੈਗਾ। ਮੈਂ ਬਾਰ-ਬਾਰ ਇਹੀ ਗੱਲ ਕਰਦਾ ਕਿ ਜਦੋਂ ਤੁਸੀਂ ਵਿਰੋਧ ਦੇ ਵਿੱਚੋਂ ਨਾ, ਵਿਪਕਸ਼ ਚੋਂ, ਤਾਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਵੀ ਰਾਸ਼ਟਰਪਤੀ ਰਾਜ ਲਾ ਦਿਓ ਜੀ, ਇਹ ਤੇ ਹਟਾਓ ਜੀ। ਇਹਦਾ ਮਤਲਬ ਰਾਸ਼ਟਰਪਤੀ ਰਾਜ ਜ਼ਿਆਦਾ ਬੈਟਰ ਹੈ। ਮਤਲਬ ਭਗਵੰਤ ਮਾਨ ਹੁਣੀ ਕੱਲ ਕੀ ਕਹਿਣਾ ਚਾਹੁੰਦੇ ਆ ਕਿ ਰਾਸ਼ਟਰਪਤੀ ਰਾਜ ਜਿਹੜਾ ਹੁੰਦਾ ਹੈ ਉਹ ਜ਼ਿਆਦਾ ਬੈਟਰ ਕੰਮ ਕਰਦਾ ਹੈ, ਤੇ ਜੇ ਬੈਟਰ ਜ਼ਿਆਦਾ ਕੰਮ ਕਰਦਾ ਤਾਂ ਫਿਰ ਇੱਥੇ ਵੀ ਲਗਾਓ, ਸਾਰੇ ਕਿਤੇ ਲਗਾਓ, ਫਿਰ ਰਾਸ਼ਟਰਪਤੀ ਰਾਜ ਹੀ ਚਲਾਓ। ਫਿਰ ਦਿੱਕਤ ਕੀ ਹੈ ਸਾਰੇ ਕੰਟਰੀ ਦੇ ਵਿੱਚ ਰੱਖ ਰਾਸ਼ਟਰਪਤੀ ਰਾਜ? ਮੈਨੂੰ ਲੱਗਦਾ ਬਿਹਤਰ ਮੰਗ ਇਹ ਹੁੰਦੀ ਕਿ ਉਹ ਉਸ ਸਰਕਾਰ ਨੂੰ ਬਰਖਾਸਤ ਕਰਕੇ ਮੁੜ ਚੋਣਾਂ ਕਰਾਉਣ ਲਈ ਕਹਿੰਦੇ। ਬਿਲਕੁਲ ਨਹੀਂ ਜੀ। ਉਹਨਾਂ ਨੂੰ ਚਾਹੀਦਾ ਤਾਂ ਸਿੰਪਲ ਇਹ ਸੀਗਾ ਕਿ ਉੱਥੇ ਪਹਿਲਾਂ ਪ੍ਰਾਈਮ ਮਿਨਿਸਟਰ ਨੂੰ ਕਹਿੰਦੇ ਵੀ ਜੇ ਰਾਜ ਤੋਂ ਉਹ ਨਿਕਲ ਗਈ ਆ ਬਾਹਰ ਤਾਂ ਤੁਸੀਂ ਫੌਜ ਭੇਜ ਕੇ ਕੰਮ ਕਰਾਓ, ਉੱਥੇ ਫੌਜ ਕੁਝ ਦੇਰ ਲਈ ਕਰੋ, ਲੇਕਿਨ ਸਰਕਾਰ ਨਹੀਂ ਬਰਖਾਸਤ ਹੋਣੀ ਚਾਹੀਦੀ। ਲੋਕਾਂ ਦੇ ਚੁਣੀ ਹੋਈ ਸਰਕਾਰ ਹੈ। ਦੇਖੋ ਉੱਥੇ ਵੀ ਦੋ ਤਰ੍ਹਾਂ ਦੇ ਓਪੀਨੀਅਨ ਆ ਰਹੇ ਨੇ। ਕੋਈ ਮਣੀਪੁਰੀ ਜਿਹੜੇ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਹੈਗਾ ਐਗਜ਼ੈਕਟਲੀ ਕਿ ਉੱਥੇ ਹੋ ਕੀ ਰਿਹਾ ਹੈ, ਕਿਉਂਕਿ ਕੱਲ ਮੇਰੀ ਸਾਡੇ ਇੱਥੇ ਸੈਕਟਰੀਏਟ ਦੇ ਵਿੱਚ ਹੀ ਕੁਝ ਮਣੀਪੁਰ ਦੇ ਬੰਦੇ ਵੀ ਕੰਮ ਕਰਦੇ ਆ, ਜਿਹੜੇ CIS ਵਗੈਰਾ ਚ ਹੁੰਦੇ ਆ, ਉਹ ਵੀ ਇੱਥੇ ਕੰਮ ਕਰਦੇ। ਤਾਂ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਯਾਰ ਐਕਚੁਅਲੀ ਉੱਥੇ ਹੋ ਕੀ ਰਿਹਾ ਹੈ। ਤਾਂ ਉਹ ਕਹਿ ਰਹੇ ਸੀ ਕਿ ਉੱਥੇ ਜਿਹੜੇ ਬਾਹਰਲੇ ਲੋਕ ਆਏ ਨੇ, ਚਾਹੇ ਉਹ 150 200 ਸਾਲ ਪੁਰਾਣੇ ਲੋਕ ਨੇ, ਇੱਥੇ ਆ ਕੇ ਉਹ ਸਾਡੇ ਜੰਗਲਾਂ ਨੂੰ ਖਤਮ ਕਰ ਰਹੇ ਆ ਤੇ ਉੱਥੇ ਅਫੀਮ ਦੀ ਖੇਤੀ ਕਰ ਰਹੇ ਆ, ਜਿਹੜੀ ਕਿ ਬੈਨ ਹੈ। ਉੱਥੋਂ 7000 ਕਰੋੜ ਰੁਪਏ ਦਾ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਹੁੰਦਾ ਹੈ, ਉਹਦੇ ਨਾਲ ਹਥਿਆਰ ਖਰੀਦ ਕੇ ਸਾਡੇ ਵਰਗੇ ਜਿਹੜੇ ਮੂਲ ਨਿਵਾਸੀ ਹੈ ਉਹਨਾਂ ਨੂੰ ਬਾਹਰ ਕੱਢ ਰਹੇ। ਮਤਲਬ ਇਸ ਤਰ੍ਹਾਂ ਦੀ ਲੜਾਈ ਹੈ। ਹੁਣ ਇਸ ਤਰ੍ਹਾਂ ਦੀ ਲੜਾਈ ਦੇ ਵਿੱਚ ਕਿਵੇਂ ਮਤਲਬ ਪੈਣਾ ਹੈ, ਕਿਹਦਾ ਸਾਥ ਦੇਣਾ, ਕਿਹਦਾ ਨਹੀਂ ਦੇਣਾ, ਇਹ ਬਹੁਤ ਵੱਡੇ ਸਵਾਲ ਨੇ ਉੱਥੇ। ਕਿਉਂਕਿ ਹੁਣ DGP ਜਿਹੜਾ ਹੈ ਉਹ ਉਸ ਬਰਾਦਰੀ ਦਾ ਜਿਹੜੀ ਕੁੱਕੀ ਹੈ, ਜਿਨ੍ਹਾਂ ਦੀ 2 ਮਹਿਲਾਵਾਂ ਨੂੰ ਨਿਰਵਸਤਰ ਕੀਤਾ, ਹੁਣ ਉਹ ਉਸ ਬਰਾਦਰੀ ਦਾ। ਜਿਹੜਾ ਮੁੱਖ ਮੰਤਰੀ ਹੈ ਜਾਂ ਗਵਰਨਰ ਹੈ, ਜਿਹੜੇ ਦੂਜੇ ਬਾਕੀ ਨੇ ਪ੍ਰਸ਼ਾਸਨ, ਉਹ ਮਤਈ ਸਮੁਦਾਇ ਦੇ ਨੇ। ਸੋ ਉੱਥੇ ਦਿੱਕਤਾਂ ਇਸ ਤਰ੍ਹਾਂ ਦੀਆਂ ਵੱਧ ਗਈਆਂ। ਉਹ ਅਸੀਂ ਪੂਰੀ ਜਗ੍ਹਾ ਉਸ ਤੇ ਖੜੇ ਆ ਕਿ ਸਿਵਲ ਵਾਰ ਉੱਥੇ ਕਿਸੇ ਵੀ ਟਾਈਮ ਹੋ ਸਕਦੀ ਹੈ। ਇਹ ਕੱਲ ਮਤਲਬ ਉਸ ਬੰਦੇ ਦੇ ਆਪਣੇ ਮਤਲਬ ਉਹਦੀ ਆਬਜ਼ਰਵੇਸ਼ਨ ਸੀ। ਉਹ ਕਹਿੰਦਾ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਤੁਹਾਨੂੰ ਦਿਖਾਈਆਂ ਹੀ ਨਹੀਂ ਜਾ ਰਹੀਆਂ, ਮਤਲਬ ਨੈਸ਼ਨਲ ਮੀਡੀਆ ਤੇ ਉਹ ਆ ਨਹੀਂ ਰਹੀਆਂ, ਤੁਸੀਂ ਸਿਰਫ ਕੁਕੀਜ਼ ਦਾ ਹੀ ਇੱਕ ਪਾਰਟ ਦੇਖ ਰਹੇ ਹੋ, ਲੇਕਿਨ ਜੋ ਸਾਡੇ ਨਾਲ ਜੋ ਕੁਝ ਹੋ ਰਿਹਾ ਉਹ ਤੁਹਾਨੂੰ ਨਜ਼ਰ ਹੀ ਨਹੀਂ ਆ ਰਿਹਾ, ਕਿਉਂਕਿ ਕੋਈ ਵੀ ਮੀਡੀਆ ਚੈਨਲ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਉਹ ਤੁਹਾਨੂੰ ਨਹੀਂ ਦਿਖਾ ਰਿਹਾ ਉਹ। ਸੋ ਹੁਣ ਜਿਵੇਂ ਆਪਾਂ ਇੱਥੇ ਗੱਲਾਂ ਕਰਦੇ ਹਾਂ, ਵਾਕਈ ਉਹੀ ਕਰਦੇ ਆ ਜੋ ਸਾਡੇ ਸਾਹਮਣੇ ਤੱਥ ਪੇਸ਼ ਹੋ ਜਾਂਦਾ ਹੈ। ਅਦਰਵਾਈਜ਼ ਜਿਹੜਾ ਤੱਥ ਪੇਸ਼ ਨਹੀਂ ਹੁੰਦਾ ਉਹ ਸਾਡੇ ਵੀ ਉਸ ਤੋਂ ਇਗਨੋਰ ਹੀ ਰਹਿੰਦੇ ਅਸੀਂ, ਔਰ ਨਾ ਹੀ ਸਾਨੂੰ ਉੱਥੇ ਦੇ ਸੰਸਕ੍ਰਿਤੀ ਦਾ ਜਾਂ ਕੁਝ ਹੋਰ ਦਾ ਇੰਨਾ ਇਲਮ ਹੈ ਵੀ ਉੱਥੇ ਹੋ ਕੀ ਰਿਹਾ। ਸੋ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਜਦੋਂ ਤੁਹਾਨੂੰ ਕੁਝ ਵੀ ਸਪਸ਼ਟ ਨਹੀਂ ਹੈ ਤਾਂ ਇੱਥੇ ਦਾ ਇੱਕ ਚੀਫ ਮਿਨਿਸਟਰ ਉੱਥੇ ਦੀ ਸਰਕਾਰ ਨੂੰ ਬਰਖਾਸਤ ਕਰਨ ਬਾਰੇ ਕਹੇ, ਇਹ ਠੀਕ ਨਹੀਂ ਜਾਪ ਰਿਹਾ। ਮੈਨੂੰ ਲੱਗਦਾ ਕਿ ਵਿਸ਼ਵੀ ਮਾਨਵੀਕਰਨ ਦੇ ਨਜ਼ਰੀਏ ਤੋਂ, ਮਨੁੱਖਤਾ ਦਾ ਆਲਮੀ ਜਿਹੜਾ ਵਰਤਾਰਾ ਉਹਦੇ ਨਜ਼ਰੀਏ ਤੋਂ ਵੀ ਜੇ ਦੇਖਿਆ ਜਾਵੇ ਤਾਂ ਕਿਸੇ ਨੂੰ ਨਿਰਵਸਤਰ ਕਰਕੇ ਉਹਨੂੰ ਇੰਨੀ ਬੁਰੇ ਤਰੀਕੇ ਨਾਲ ਜਲੀਲ ਕਰਨਾ, ਬਲਾਤਕਾਰ ਕਰਨਾ ਉਹਦੇ ਅੰਗਾਂ ਨਾਲ, ਇਸ ਤਰੀਕੇ ਨਾਲ, ਮੈਨੂੰ ਲੱਗਦਾ ਇਹ ਸਭ ਤੋਂ ਭੈੜੀ ਕਰਤੂਤ ਵਿੱਚ ਮੰਨਿਆ ਜਾਊਗਾ। ਔਰ ਉਸ ਵੇਲੇ ਪ੍ਰਸ਼ਾਸਨ ਜੇ ਅਸਫਲ ਹੁੰਦਾ ਹੈ, ਸਿਸਟਮ ਕੋਲੈਪਸ ਕੀਤਾ ਹੋਇਆ, ਇਹਦਾ ਮਤਲਬ ਜ਼ਿੰਮੇਵਾਰੀਆਂ ਤੈਅ ਨੇ ਕਿ ਉੱਥੇ ਉਹ ਲੋਕ ਪ੍ਰੋਪਰ ਨਹੀਂ ਕਰ ਪਾ ਰਹੇ। ਤੁਹਾਡੀ ਗੱਲ ਠੀਕ ਹੈ, ਸਰਕਾਰ ਤੋਂ ਬਰਖਾਸਤ ਕੀਤੀ ਜਾਣੀ ਚਾਹੀਦੀ ਹੈ, ਉੱਥੇ ਆਰਮੀ ਦੇ ਹਵਾਲੇ ਕਰਕੇ ਇੱਕ ਵਾਰੀ ਪੀਸ ਲਿਆ ਕੇ ਚੋਣ ਕਰਾਈ ਜਾਣੀ ਚਾਹੀਦੀ ਹੈ, ਇਹ ਤਾਂ ਮੰਗ ਹੋਣੀ ਚਾਹੀਦੀ ਆ। ਪਰ ਠੀਕ ਗੱਲ ਹੈ ਤੁਹਾਡੀ ਕਿ ਜਿੰਨਾ ਚਿਰ ਇੰਟਰਨੈਟ ਪ੍ਰੋਪਰ ਨਹੀਂ, ਉੱਥੋਂ ਪ੍ਰੋਪਰ ਤਸਵੀਰ ਬਾਹਰ ਨਹੀਂ ਆ ਰਹੀ, ਨੈਸ਼ਨਲ ਮੀਡੀਆ ਦੇ ਲੋਕ ਵੀ ਉੱਥੇ ਕਿੰਨੇ ਕੁ ਕੰਮ ਕਰ ਰਹੇ ਆ ਜਾਂ ਉਹਨੂੰ ਕਿੰਨੀ ਕੁ ਤਵੱਜੋ ਮਿਲ ਰਹੀ ਆ, ਇਹ ਸਾਰੀਆਂ ਗੱਲਾਂ। ਔਰ ਕੇਂਦਰ ਦੇ ਵਿੱਚ ਜੇਕਰ ਇਹਦਾ ਨੁਕਸਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਹੁੰਦਾ ਹੈ ਤਾਂ ਕੀ ਇਸ ਤਰ੍ਹਾਂ ਦੀਆਂ ਖਬਰਾਂ ਚਲਾਉਣ ਤੋਂ ਕੋਈ ਮੈਨੇਜਮੈਂਟ ਵੀ ਹੋ ਰਹੀ ਹੈ, ਇਹ ਸਾਰੇ ਰੌਲੇ ਸ਼ਾਮਲ ਨੇ। ਭਾਸਕਰ ਸਾਹਿਬ, ਅਗਲੀ ਖਬਰ ਆਪਾਂ ਕੇਂਦਰ ਦੀ ਹੀ ਲੈਂਦੇ ਹਾਂ। ਰਾਜਨੀਤੀ 2 ਧੜਿਆਂ 'ਚ ਵੰਡ ਕੇ ਚੱਲ ਗਈ। ਲਗਭਗ ਤੀਜਾ ਧੜਾ ਪਾਸੇ ਸੀ ਜਿਹਨੂੰ ਦੋਨੇ ਵਰਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਹਨੂੰ ਤੁਸੀਂ ਕੰਧ ਤੇ ਬੈਠੇ ਲੋਕ ਕਹਿੰਦੇ ਹੋ। ਪਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਕੱਲ ਦੀ ਡਿਵੈਲਪਮੈਂਟ ਤੋਂ ਬਾਅਦ ਜਿਹਦੇ ਵਿੱਚ ਇੱਕ ਧਿਰ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਤੇ ਸਹਿਮਤ ਹੋ ਗਈ, ਜਿਹੜਾ ਕੇਜਰੀਵਾਲ ਸਾਹਿਬ ਨੇ ਦੇਸ਼ ਭ੍ਰਮਣ ਕੀਤਾ ਹੋਇਆ ਸੀ, ਸਾਰੀਆਂ ਪਾਰਟੀਆਂ ਨੂੰ ਇੱਕ ਜਗ੍ਹਾ ਯੂਨਾਈਟ ਕਰ ਲਿਆ ਕਿ ਆਰਡੀਨੈਂਸ ਦੇ ਖਿਲਾਫ ਲੱਤ ਡਾ ਕੇ ਨਿੱਠ ਕੇ ਲੜਨਾ ਹੈ। ਹੁਣ ਜਦੋਂ ਲੋਕ ਸਭਾ ਦੇ ਵਿੱਚੋਂ ਤੇ ਉਹਨੇ ਪਾਸ ਹੋ ਜਾਣਾ, ਆਰਡੀਨੈਂਸ ਬਿੱਲ ਕਾਨੂੰਨ ਬਣ ਜਾਣਾ, ਉਸ ਤੋਂ ਬਾਅਦ ਰਾਜ ਸਭਾ 'ਚ ਉਹਦੇ ਫਸਣ ਦੀ ਸੰਭਾਵਨਾ ਸੀ। ਰਾਜ ਸਭਾ ਦਾ ਗਣਿਤ ਕੀ ਕਹਿ ਰਿਹਾ ਵਾ? ਹਾਲਾਂਕਿ ਇੰਡੀਆ ਦੇ ਨਾਂ ਥੱਲੇ ਸਾਰੀਆਂ ਪਾਰਟੀਆਂ 25-26 ਅਗਸਤ ਨੂੰ
ਮਿਲ ਵੀ ਰਹੀਆਂ ਨੇ, ਉਦੋਂ ਅਗਲੀ ਗੱਲ ਹੋਊਗੀ। ਲੇਕਿਨ ਫਿਲਹਾਲ ਗਣਿਤ ਕੀ ਕਹਿੰਦਾ ਹੈ? ਵੈਸੇ ਜਿਹੜਾ ਇਹ ਬੇਭਰੋਸ ਕੀ ਮਤਾ ਇੰਨੇ ਤਾਂ ਕਲੀਅਰ ਹੋ ਜਾਣਾ, ਮੈਨੂੰ ਲੱਗਦਾ ਭਾਜਪਾ ਇਹਦੇ 'ਚ ਤਾਂ ਕੋਈ 19-21 ਹੋਰ ਕਰਨਾ ਚਾਹੂਗੀ ਪੋਜ਼ਿਟਿਵਲੀ। ਪਰ ਰਾਜ ਸਭਾ ਦੇ ਵਿੱਚ ਹੁਣ ਸਥਿਤੀ ਕੀ ਅੰਕੜਿਆਂ ਦੇ ਲਿਹਾਜ਼ ਨਾਲ? ਜਿੱਥੇ ਤੱਕ ਰਾਜ ਸਭਾ ਦੇ ਵਿੱਚ ਆંકੜਿਆਂ ਦੇ ਹਿਸਾਬ ਨਾਲ ਸਥਿਤੀ ਦੀ ਗੱਲ ਹੈਗੀ ਹੈ, ਅਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਅਸੀਂ ਬਹੁਤ ਸਾਰੀ ਪਾਰਟੀਆਂ ਨੂੰ ਕੰਧ ਤੇ ਬੈਠੇ ਦੇਖਿਆ ਸੀਗਾ। ਹੁਣ ਇਹ ਵੀ ਗੱਲ ਕੀਤੀ ਸੀ ਵੀ ਜੇ ਇੱਥੇ ਛਾਲ ਮਾਰ ਦੇਣਗੇ ਤੇ ਇਹ ਵੱਜ ਜਾਣਗੇ, ਜਦੋਂ ਦੂਜੀ ਸਾਈਡ ਛਾਲ ਮਾਰਨਗੇ ਤੇ ਉਹਨਾਂ ਦੀ ਸੰਖਿਆ ਥੋੜੀ ਜਿਹੀ ਵੱਧ ਜਾਏਗੀ। ਇੱਕ ਨੇ ਮਾਰਤੀ ਕੱਲ ਛਾਲ ਵਾਈਐਸਆਰ ਕਾਂਗਰਸ ਜਿਹਦੇ ਲੋਕ ਸਭਾ ਦੇ ਵਿੱਚ 22 MP ਨੇ ਔਰ ਰਾਜ ਸਭਾ ਦੇ ਵਿੱਚ 9 MP ਨੇ, ਉਹਨੇ ਐਨਡੀਏ ਨੂੰ ਸਪੋਰਟ ਕਰਨ ਦਾ ਫੈਸਲਾ ਕਰ ਲਿਆ, ਜਿਹਦੇ ਨਾਲ 330 ਤੋਂ 352 ਸਿੱਧਾ 352 MP ਦੀ ਸਪੋਰਟ ਐਨਡੀਏ ਨੂੰ ਨੋ ਕੌਨਫੀਡੈਂਸ ਮੋਸ਼ਨ ਦੇ ਮੁੱਦੇ ਦੇ ਉੱਤੇ ਮਿਲੇਗੀ। ਦੂਜੀ ਗੱਲ ਕਰੀਏ ਤੇ ਰਾਜ ਸਭਾ ਦੇ ਵਿੱਚ ਜਿਹੜਾ ਆਰਡੀਨੈਂਸ ਜਿਹਨੂੰ ਪਾਸ ਨਾ ਕਰਾਉਣ ਦਾ ਜਾਂ ਜਿਹਦਾ ਵਿਰੋਧ ਕਰਨ ਵਾਸਤੇ ਕੇਜਰੀਵਾਲ ਉਹਨਾਂ ਨੇ ਪੂਰੇ ਦੇਸ਼ ਦੇ ਕਈ ਸੂਬਿਆਂ ਦੇ ਚੱਕਰ ਲਾਏ ਸੀਗੇ, ਹੁਣ ਉਹ ਸਾਰਾ ਮਨਸੂਬਾ ਫੇਲ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਅਗਰ ਇਹ 9 MP ਦੀ ਸਪੋਰਟ ਜਿਹੜੀ ਰਾਜ ਸਭਾ ਦੇ ਵਿੱਚ ਆਰਡੀਨੈਂਸ ਦੇ ਪੱਖ 'ਚ ਜਾਂਦੀ ਹੈ ਤੇ ਉਹ ਆਰਡੀਨੈਂਸ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਜਾਂਦਾ। ਹੁਣ ਜਿਹੜੇ ਇੰਡੀਆ ਦੇ MPs ਨੇ, ਇੰਡੀਆ ਮਤਲਬ ਅਲਾਈਅੰਸ, ਇੰਡੀਆ ਕਈ ਵਾਰ ਸਾਨੂੰ ਬਾਰ-ਬਾਰ ਦੱਸਣਾ ਪੈਂਦਾ, ਇੰਡੀਆ ਭਾਰਤ ਦੀ ਗੱਲ ਨਹੀਂ ਕਰ ਰਹੇ, ਉਹ ਜਿਹੜਾ ਨਵਾਂ ਬਣਿਆ ਇੰਡੀਆ ਉਹਦੀ ਗੱਲ ਕਰ ਰਹੇ ਆ। ਉਹਦੇ ਵੀ MP ਹੁਣ ਕੱਲ ਪਰਸੋਂ ਯਾਨੀ 29-30 ਨੂੰ ਉਹ ਜਾ ਰਹੇ ਨੇ ਮਨੀਪੁਰ, ਔਰ ਉੱਥੇ ਜਾ ਕੇ ਲੋਕਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ। ਫਿਰ ਉਸ ਤੋਂ ਬਾਅਦ ਨੋ ਕੌਨਫੀਡੈਂਸ ਮੋਸ਼ਨ ਦੇ ਉੱਤੇ ਬਹਿਸ, ਜਿਹਦੀ ਹਜੇ ਟਾਈਮ, ਡੇਟ ਔਰ ਸਾਰੀ ਚੀਜ਼ਾਂ ਤੈਅ ਹੋਣੀਆਂ, ਉਹਦੇ ਉੱਤੇ ਇੱਕ ਸਟ੍ਰੈਟਜੀ ਵੀ ਇਹਨਾਂ ਨੇ ਬਣਾਉਣੀ ਨੇ। ਪਰ ਹੋਰ ਵੀ ਕਈ ਗੱਲਾਂ ਇੰਡੀਆ ਔਰ ਐਨਡੀਏ ਨੂੰ ਲੈ ਕੇ ਚੱਲ ਰਹੀ ਹੈ। ਜਿਹੜੀ ਗੱਲ ਕੱਲ ਅਸੀਂ ਕੀਤੀ ਸੀਗੀ ਕਿ ਐਨਡੀਏ ਯਾਨੀ ਮੋਦੀ ਸਾਹਿਬ ਆਪਣੀ ਸ਼ਕਤੀ ਪ੍ਰਦਰਸ਼ਨ ਨੂੰ ਵਧਾਉਣਾ ਚਾਹਣਗੇ ਇਸ ਨੋ ਕੌਨਫੀਡੈਂਸ ਮੋਸ਼ਨ ਦੇ ਜ਼ਰੀਏ, ਉਹ ਗੱਲ ਹੁਣ ਸਾਫ਼ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਬੀਜੂ ਜਨਤਾ ਦਲ ਉਹ ਵੀ ਇਸ ਮੁੱਦੇ ਦੇ ਉੱਤੇ ਛੇਤੀ ਕਿਤੇ ਫੈਸਲਾ ਲੈਣ ਵਾਲੇ ਹੈ। ਅਕਾਲੀ ਦਲ ਕਿਹਨੂੰ ਸਪੋਰਟ ਕਰੇਗਾ ਇਹ ਵੀ ਗੱਲਾਂ ਚੱਲ ਰਹੀ ਹੈ, ਔਰ ਬੀਐਸਪੀ ਕਿਹਦੇ ਹੱਕ 'ਚ ਜਾਏਗੀ ਇਹਦੀ ਗੱਲਾਂ ਵੀ ਅੱਗੇ ਚੱਲ ਕੇ ਸ਼ੁਰੂ ਹੋਣ ਵਾਲੀ ਹੈ। ਯਾਨੀ ਉਹ ਕੁਝ ਵੀ ਹੋਏ, ਐਨਡੀਏ ਦੀ ਸਪੋਰਟ ਸੰਖਿਆ ਦੇ ਤੌਰ ਤੇ ਹੁਣ ਪਾਰਲੀਮੈਂਟ ਦੇ ਵਿੱਚ ਵੱਧਦੀ ਜਾ ਰਹੀ ਹੈ। ਦੇਖੋ, ਜਗਨ ਮੋਹਨ ਰੈਡੀ ਬੜਾ ਕਲੀਅਰ ਕਰ ਦਿੰਦੇ ਆ ਕੱਲ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ, ਕੇਂਦਰ ਦੀ ਸੱਤਾ ਨੂੰ ਸਪੋਰਟ ਦੇ ਰਹੇ ਹਾਂ। ਉਹ ਮਨੀਪੁਰ ਦੇ ਮਾਮਲੇ 'ਚ ਵੀ ਔਰ ਦਿੱਲੀ ਆਰਡੀਨੈਂਸ ਦੇ ਮਾਮਲੇ ਦੋਨਾਂ ਦੇ ਵਿੱਚ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਆਪਣੀ ਸਪੋਰਟ ਐਕਸਟੈਂਡ ਕਰਦੇ ਨਜ਼ਰ ਆਉਂਦੇ ਆ। ਇੰਦਰਪ੍ਰੀਤ ਜੀ, ਇਸ ਮਾਮਲੇ ਤੇ ਕੋਈ ਤੁਹਾਡਾ ਵਿਚਾਰ, ਜਿਹੜੀ ਕੇਂਦਰੀ ਰਾਜਨੀਤੀ ਹੈ ਇਹਦੇ ਉੱਤੇ ਕੁਝ ਕਹਿਣਾ ਚਾਹੋ ਤਾਂ? ਨਹੀਂ, ਉਹ ਵੈਸੇ ਤਾਂ ਭਾਸਕਰ ਸਾਹਿਬ ਨੇ ਕਹਿ ਹੀ ਦਿੱਤਾ ਕਿ ਇੱਕ ਬੰਦਾ ਦਾ ਕੰਧ ਤੋਂ ਉਹਨਾਂ ਨੇ ਲਾ ਲਿਆ ਥੱਲੇ, ਤੇ ਹੁਣ ਉਹਨਾਂ ਦੇ 22 ਬੰਦੇ ਇੱਕ ਪਾਸੇ ਲਿਆ, 9 ਇੱਕ ਪਾਸੇ ਲਿਆ। ਦੇਖੋ, ਲੋਕ ਸਭਾ ਦੇ ਵਿੱਚ ਤਾਂ ਉਹਨਾਂ ਨੂੰ ਪਹਿਲਾਂ ਵੀ ਕੋਈ ਪਰੇਸ਼ਾਨੀ ਨਹੀਂ ਸੀ, ਉਹ ਆਲਰੇਡੀ 330-33 ਦੇ ਕਰੀਬ ਉਹਨਾਂ ਕੋਲੇ ਸਮਰਥਨ ਪਹਿਲਾਂ ਤੋਂ ਹੀ ਹੈ। ਅਗਰ ਇਹ ਨਾ ਵੀ ਦੇਣ ਤਾਂ ਵੀ ਇਕੱਲੀ ਬੀਜੇਪੀ ਕੋਲ ਹੀ ਆਪਣੇ 301 ਮੈਂਬਰ ਪਾਰਲੀਮੈਂਟ ਹੈਗੇ ਹੈ, ਤਾਂ ਉਹਨਾਂ ਨੂੰ ਉੱਥੇ ਤਾਂ ਕੋਈ ਤਕਲੀਫ ਹੈ ਨਹੀਂ ਸੀ। ਤਕਲੀਫ ਸਿਰਫ ਰਾਜ ਸਭਾ ਦੇ ਵਿੱਚ ਹੀ ਆ ਰਹੀ ਸੀ, ਜਿਹੜੀ ਭਾਸਕਰ ਸਾਹਿਬ ਨੇ ਕਲੀਅਰ ਹੀ ਕਰਤੀ ਹੈ ਕਿ ਹੁਣ 9 ਬੰਦੇ ਹੋਰ ਉਹਨਾਂ ਨੇ ਜਿਹੜੇ ਸ਼ਾਮਿਲ ਕਰ ਲਏ ਹੈ। ਤੇ ਜਦੋਂ ਇਸ ਕਿਸਮ ਦਾ, ਦੇਖੋ ਹੁਣ ਆਪਾਂ ਉਹਦੀ ਗੱਲ ਕਰੀਏ ਕਿ ਕੀ ਅਕਾਲੀ ਦਲ ਇੰਡੀਆ ਨੂੰ ਸਮਰਥਨ ਕਰੇਗਾ, ਕਦੇ ਨਹੀਂ ਕਰ ਸਕਦਾ। ਉਹਦੇ ਕੋਲ ਆਪਸ਼ਨ ਨਹੀਂ ਇਕੱਲੀ ਬੀਜੇਪੀ ਨੂੰ ਸਮਰਥਨ ਕਰਦੀ ਦੀ ਜਾਂ ਐਬਸੈਂਟ ਰਹਿਣ ਦੀ ਹੈ। ਐਬਸੈਂਟ ਰਹਿੰਦਾ ਤਾਂ ਵੀ ਉਹ ਜਿਹੜਾ ਸਮਰਥਨ ਇੱਕ ਤਰ੍ਹਾਂ ਦਾ ਬੀਜੇਪੀ ਨੂੰ ਹੀ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਹੋਰ ਪਾਰਟੀਆਂ ਨੇ, ਉਹਨਾਂ ਚੋਂ ਵੀ ਕਈ ਪਾਰਟੀਆਂ ਏਦਾਂ ਨੇ, ਜਿਵੇਂ ਉੜੀਸਾ ਵਾਲੇ ਬੀਜੂ ਜਿਹੜੇ ਉਹ ਵੀ ਸ਼ਾਇਦ ਕਾਂਗਰਸ ਨਾਲ ਨਹੀਂ ਜਾ ਸਕਦੇ, ਉਹ ਇਹਨਾਂ ਨਾਲ ਤਾਂ ਜਾ ਸਕਦੇ ਆ। ਸੋ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਸਥਿਤੀ ਹੁੰਦੀ ਆ, ਉਹਦੇ ਵਿੱਚ ਮੈਨੂੰ ਲੱਗਦਾ ਕਿ ਇੰਡੀਆ ਵਾਲਾ ਜਿਹੜਾ ਇਹ ਪੱਖ ਇਸ ਟਾਈਮ ਤਾਂ ਆਲਰੇਡੀ ਕਮਜ਼ੋਰ ਹੀ ਹੈ। ਅਸਲੀ ਕਹਾਣੀ ਇੰਡੀਆ ਕੀ ਕਰੇਗਾ ਉਹ ਤਾਂ 2024 ਚ ਹੀ ਪਤਾ ਲੱਗਣੀ ਹੈ। ਪਹਿਲਾਂ ਤਾਂ ਇਸ ਟਾਈਮ ਤਾਂ ਜੋ ਵੀ ਕਰ ਲੋ ਉਹ ਸਾਰਾ ਕੁਝ ਭਾਜਪਾ ਦੇ ਪੱਖ 'ਚ ਹੀ ਹੋਣਾ, ਕਿਉਂਕਿ ਉਹਨਾਂ ਸੰਖਿਆ ਬਲ ਜਿਹੜਾ ਹੈਗਾ ਉਹਨਾਂ ਕੋਲੇ ਹੈਗਾ। ਰਾਜ ਸਭਾ ਦੀ ਗੱਲ ਸੀ ਕਿ ਰਾਜ ਸਭਾ 'ਚ ਹੁਣ ਕਲੀਅਰ ਹੋ ਗਿਆ ਕਿ ਹੁਣ ਉੱਥੇ ਵੀ ਉਹਨਾਂ ਕੋਲੇ ਸਫੀਸ਼ੀਐਂਟ ਹੈ। ਸੋ ਮੇਨ ਜਿਹੜੀ ਲੜਾਈ ਹੋਊਗੀ ਮੈਨੂੰ ਲੱਗਦਾ ਉਹ 2024 ਚ ਹੋਊਗੀ। ਅਗਰ ਉਸ ਟਾਈਮ ਤੱਕ ਇੰਡੀਆ ਆਪਣੇ ਆਪ ਨੂੰ ਮਜ਼ਬੂਤ ਕਰ ਲੈਂਦਾ ਫਿਰ ਜ਼ਿਆਦਾ ਇੰਟਰਸਟਿੰਗ ਲੜਾਈ ਹੋਊਗੀ। ਮੈਨੂੰ ਲੱਗਦਾ ਇਹਨਾਂ ਦੇ ਪੱਤੇ ਖੁੱਲਣ ਤੋਂ ਬਾਅਦ, ਮਤਲਬ ਵਿਰੋਧੀਆਂ ਦੇ ਪੱਤੇ ਖੁੱਲਣ ਤੋਂ ਬਾਅਦ ਉਹਨਾਂ ਨੂੰ ਲੜਾਈ, ਨਰਿੰਦਰ ਮੋਦੀ ਨੂੰ ਲੜਾਈ ਲੜਨੀ ਬਹੁਤ ਸੌਖੀ ਹੋ ਗਈ। ਹੁਣ ਉਹਨਾਂ ਨੂੰ ਇਹ ਪਤਾ ਹੈ ਕਿ ਉਹਨਾਂ ਦੀ ਲੜਾਈ ਕੀ ਆ, ਕਿੱਥੇ ਆ ਤੇ ਕਿਵੇਂ ਆ, ਕਿਹੜੇ ਰਾਜ ਵਿੱਚ ਉਹਨਾਂ ਨੇ ਕਿਵੇਂ ਵਿਚਰਨਾ, ਕਿਹਦੇ ਨਾਲ ਗੱਠਜੋੜ ਕਰਨੇ, ਕਿਹਨੂੰ ਜੋੜਨਾ, ਕਿਹਨੂੰ ਤੋੜਨਾ, ਸੌਖਾ ਹੋ ਗਿਆ। 24 ਤੋਂ ਪਹਿਲਾਂ ਇੱਕ ਬਹੁਤ ਵੱਡਾ ਉਹਨਾਂ ਕੋਲ ਮੌਕਾ ਆ ਗਿਆ ਕਿ ਉਹ ਇੰਡੀਆ ਦੇ ਮੁਕਾਬਲੇ ਆਪਣੇ ਆਪ ਨੂੰ ਕਿੱਥੇ ਰੱਖਣਾ ਉਹਨਾਂ ਨੇ। ਇਹ ਲੜਾਈ ਬਹੁਤ ਦਿਲਚਸਪ ਹੋਣ ਵਾਲੀ ਆ। ਵੈਸੇ ਲੜਾਈ ਇਹ ਤਾਂ ਵੱਖਰੀ, ਕਿਤੇ ਕਿਤੇ ਅਦਾਲਤਾਂ ਦੇ ਵਿੱਚ ਸਰਕਾਰਾਂ ਨੂੰ ਬੜੀ ਮੂੰਹ ਦੀ ਖਾਣੀ ਪੈ ਜਾਂਦੀ ਆ। ਕੱਲ ਸੰਜੇ ਕੁਮਾਰ ਮਿਸ਼ਰਾ ਨੂੰ, ਜਿਹੜੇ ਈਡੀ ਦੇ ਡਾਇਰੈਕਟਰ ਨੇ, ਉਹਨਾਂ ਨੂੰ ਕਾਰਜਕਾਲ 'ਚ ਵਾਧਾ ਤਾਂ ਲਗਭਗ ਮਿਲ ਗਿਆ 15 ਸਤੰਬਰ ਤੱਕ,
15 ਅਕਤੂਬਰ ਤੱਕ ਮੰਗਿਆ ਸੀ, ਮਹੀਨਾ ਘੱਟ ਦਿੱਤਾ। ਨਾਲੇ ਪੁੱਛ ਲਿਆ ਕਿ ਇਸ ਆਰਗੇਨਾਈਜੇਸ਼ਨ ਦੇ ਵਿੱਚ, ਇਸ ਏਜੰਸੀ ਦੇ ਵਿੱਚ ਹੋਰ ਕੋਈ ਕਾਬਲ ਬੰਦਾ ਨਹੀਂ। ਵੈਸੇ ਇੰਦਰਪ੍ਰੀਤ ਜੀ, ਇਹਦੇ ਉੱਤੇ ਮੈਨੂੰ ਲੱਗਦਾ ਇਹ ਟਿੱਪਣੀ ਦੇ ਉੱਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਦੇਖੋ, ਬੜੀ ਮਤਲਬ ਮੈਨੂੰ ਏਦਾਂ ਲੱਗਦਾ ਕਿ ਜਿਵੇਂ ਸਿਸਟਮ ਨੂੰ ਅਸੀਂ ਨਾ ਕੋਲੈਪਸ ਕਰਨ ਦਾ ਇੱਕ ਪੂਰਾ ਤਹਈਆ ਹੀ ਕਰ ਲਿਆ, ਤੇ ਇਹ ਸਾਰੀਆਂ ਚੀਜ਼ਾਂ ਉਸ ਨੂੰ ਹੀ ਦਰਸਾਉਂਦੀਆਂ ਨੇ। ਤੁਸੀਂ ਦੇਖੋ ਵੀ ਇੱਕ ਬੰਦੇ ਨੂੰ ਹੀ ਬਾਰ-ਬਾਰ ਐਕਸਟੈਂਸ਼ਨ ਦੇਈ ਜਾਣਾ, ਬਾਰ-ਬਾਰ ਐਕਸਟੈਂਸ਼ਨ ਦੇਈ ਜਾਣਾ। ਵਾਕਈ ਇੱਕ ਤਾਂ ਉਹ ਬੰਦੇ ਜਿਹੜੇ ਇਸ ਆਸ 'ਚ ਬੈਠੇ ਹੁੰਦੇ ਆ ਕਿ ਜਦੋਂ ਇਹ ਜਾਏਗਾ ਤਾਂ ਚਲੋ ਸਾਡਾ ਨੰਬਰ ਆ ਜਾਏਗਾ, ਉਹ ਵੀ ਕਈ ਵਾਰ ਰਿਟਾਇਰ ਹੋ ਜਾਂਦੇ ਆ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਸਿਸਟਮ ਦੇ ਕੋਲੈਪਸ ਹੋਣ ਵਾਲੀਆਂ ਨੇ। ਜਿਵੇਂ ਕੱਲ ਉਹਨਾਂ ਨੇ ਸੁਪਰੀਮ ਕੋਰਟ ਨੇ ਵਿਆਖਿਆ ਕੀਤੀ ਹੈ, ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਥੋੜੀ ਤਾਂ ਸ਼ਾਇਦ ਅਕਲ ਆ ਜਾਣੀ ਚਾਹੀਦੀ ਹੈ ਕਿ ਭਈ ਇਸ ਤਰ੍ਹਾਂ ਨਹੀਂ ਚੱਲੇਗਾ ਕੰਮ। ਕੀ ਤੁਸੀਂ ਇੱਕੋ ਹੀ ਬੰਦਾ, ਤੁਹਾਡੇ ਉਹਨਾਂ ਨੇ ਬੜੀ ਸਪੈਸੀਫਿਕ ਟਿੱਪਣੀ ਕੀਤੀ ਹੈ ਵੀ ਕੀ ਇੱਕੋ ਹੀ ਬੰਦਾ ਪੂਰੀ ਆਰਗੇਨਾਈਜੇਸ਼ਨ ਦੇ ਵਿੱਚ ਯੋਗ ਹੈ, ਬਾਕੀ ਸਾਰੇ ਅਯੋਗ ਨੇ। ਸੋ ਇਹ ਬੜੀ ਸਟੀਕ ਟਿੱਪਣੀ ਹੈ। ਇਸ ਤੋਂ ਬਾਕੀ ਦੀਆਂ ਹੋਰ, ਕਿਉਂਕਿ ਇਹ ਇਕੱਲਾ ਨਹੀਂ ਕਿ ਇਕੱਲਾ ਈਡੀ ਦਲ ਚੱਲਦਾ, ਬਾਕੀ ਦੀ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਸ 'ਚ ਵੀ ਇਸੇ ਤਰ੍ਹਾਂ ਹੀ ਚੱਲਦਾ, ਐਕਸਟੈਂਸ਼ਨ ਤੇ ਬਾਹਰ ਐਕਸਟੈਂਸ਼ਨ, 3-3 4-4 ਵਾਰ ਲੋਕ ਐਕਸਟੈਂਸ਼ਨਾਂ ਤੇ ਲੈ ਕੇ ਬੈਠ ਜਾਂਦੇ ਹੈ। ਸੋ ਇਹਦਾ ਨੁਕਸਾਨ ਪਤਾ ਹੈ ਰੰਧਾਵਾ ਸਾਹਿਬ ਕੀ ਹੁੰਦਾ? ਨੁਕਸਾਨ ਇਹ ਹੁੰਦਾ ਕਿ ਜਦੋਂ ਤੁਹਾਨੂੰ ਸਰਕਾਰਾਂ ਲਾਲਚ ਦੇ ਦਿੰਦੀਆਂ ਨੇ ਕਿ ਤੁਹਾਨੂੰ ਐਕਸਟੈਂਸ਼ਨ 1 ਸਾਲ ਹੋਰ ਦੇ ਦਾਂਗੇ, ਤਾਂ ਤੁਸੀਂ ਆਪਣੀ ਰੀੜ ਹੀ ਗਵਾ ਦਿੰਦੇ ਹੋ, ਕਿਉਂਕਿ ਉਹ ਰੀੜ ਗਵਾ ਕੇ ਹੀ ਤੁਹਾਨੂੰ ਉਹ ਐਕਸਟੈਂਸ਼ਨਾਂ ਮਿਲਦੀਆਂ ਨੇ। ਤੁਸੀਂ ਆਪਣੀ ਉਹਦੇ ਮੁਤਾਬਕ ਕੰਮ ਨਹੀਂ ਕਰ ਸਕਦੇ ਜੋ ਤੁਸੀਂ ਕੰਮ ਕਰਨ ਲਈ ਉੱਥੇ ਲਗਾਏ ਗਏ ਹੋ। ਸੋ ਮੈਨੂੰ ਲੱਗਦਾ ਕਿ ਇਹ ਜਿਹੜੇ ਸਿਸਟਮ ਬਣਾਏ ਗਏ ਸੀਗੇ ਨਾ, ਜਾਂ ਜਦੋਂ ਸੁਪਰੀਮ ਕੋਰਟ ਨੇ ਪ੍ਰਕਾਸ਼ ਸਿੰਘ ਵਰਸਸ ਇੱਕ ਕੇਸ ਚੱਲਿਆ ਸੀਗਾ, ਤੁਹਾਨੂੰ ਯਾਦ ਹੋਊਗਾ, ਉਹਦੇ 'ਚ ਇਹ ਸੀਗਾ ਵੀ ਡੀਜੀਪੀ ਨੂੰ 2 ਸਾਲ ਦੇਣੇ ਹੀ ਦੇਣੇ ਹੈ ਤਾਂ ਕਿ ਉਹ ਕਾਰਗੁਜ਼ਾਰੀ ਆਪਣੀ ਦਿਖਾ ਸਕੇ। ਲੇਕਿਨ ਉਸ ਤੇ ਵੀ ਅਸੀਂ ਹੁਣ ਪੰਜਾਬ ਸਰਕਾਰ ਨੇ ਤਾਂ ਕਰ ਹੀ ਲਿਆ ਵੀ ਨਾ, ਉਹ UPSC ਤੈਅ ਨਹੀਂ ਕਰੂਗਾ, ਅਸੀਂ ਆਪਣੀ ਕਮੇਟੀ ਬਣਾ ਕੇ ਤੈਅ ਕਰਾਂਗੇ। ਸੋ ਇਹ ਜਿਹੜਾ ਇੱਕ ਫਿਕਸ ਟੈਨਿਓਰ ਹੁੰਦਾ, ਉਹ ਦੇਣ ਦਾ ਮਤਲਬ ਹੀ ਇਹ ਹੁੰਦਾ ਕਿ ਤੁਸੀਂ ਜਿਹੜੇ ਸਰਕਾਰਾਂ ਦਾ ਦਬਾਅ ਹੁੰਦਾ, ਅਤਿਰਿਕਤ ਦਬਾਅ ਜਿਹਨੂੰ ਆਪਾਂ ਕਹਿੰਦੇ ਆ, ਉਹ ਨਾਲ ਝੇਲੋ, ਆਪਣੀ ਉਹ ਵਿਵੇਕ ਮੁਤਾਬਕ ਕੰਮ ਕਰੋ। ਪਰ ਇਹ ਹੌਲੀ ਹੌਲੀ ਮੈਨੂੰ ਲੱਗਦਾ ਕਿ ਟਲਦਾ ਹੀ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਦੋਂ ਤੱਕ ਸਰਕਾਰ ਮਨਇੱਛਤ ਨਤੀਜੇ ਪ੍ਰਾਪਤ ਕਰ ਚੁੱਕੀ ਹੋਏਗੀ। 15 ਸਤੰਬਰ ਤੱਕ ਜੋ ਉਹਨਾਂ ਨੇ ਟੀਚੇ ਹਾਸਲ ਕਰਨੇ ਆ, ਜੋ ਉਹਨਾਂ ਦੇ ਮਨ 'ਚ ਹੋਊਗਾ, ਕਿਉਂਕਿ ਵਿਰੋਧੀ ਇਕੱਠੇ ਹੋ ਕੇ ਸੁਪਰੀਮ ਕੋਰਟ 'ਚ ਵੀ ਗਏ ਸੀ ਕਿ ਸਾਨੂੰ ਬਚਾਓ ਜੀ, ਪਰ ਉਹਨਾਂ ਨੇ ਕੋਈ ਰਾਹਤ ਨਹੀਂ ਸੀ ਦਿੱਤੀ, ਤੁਹਾਨੂੰ ਯਾਦ ਹੋਣਾ। ਪਰ ਇਹ ਵੀ ਇੱਕ ਤਰ੍ਹਾਂ ਨਾਲ ਵਿਰੋਧੀ ਧਿਰਾਂ ਦੀ ਗੱਲ ਨੂੰ ਨਾ ਸੁਣ ਕੇ ਇੱਕ ਤਰ੍ਹਾਂ ਨਾਲ ਨਿਰਪੱਖ ਰਹਿ ਕੇ ਇਸ ਮਾਮਲੇ 'ਚ ਟਿੱਪਣੀ ਦਿੱਤੀ ਹੈ, ਪਰ ਨਾਲ ਵਾਅਦਾ ਵੀ ਦਿੱਤਾ ਵੀ ਚਲੋ ਆਪਣੇ ਬਦਲਵੇਂ ਪ੍ਰਬੰਧ ਕਰ ਲਓ। ਭਾਸਕਰ ਸਾਹਿਬ, ਇਹਦੇ ਤੇ ਬਹੁਤ ਸੰਖੇਪ 'ਚ ਰਿਹੋ, ਪਰ ਦੂਜੀ ਖਬਰ ਜਿਹੜੀ ਪੰਜਾਬ ਦੀ ਦੁੱਖ ਦੀ ਰਗ ਹੈ, ਪੰਜਾਬ ਦੀ ਨਬਜ਼, ਇਹਨੂੰ ਹੱਥ ਰੱਖਣ ਵਾਲੀ ਇਹਦੇ ਤੇ ਗੱਲ ਆ। ਨਸ਼ੇ ਨੂੰ ਲੈ ਕੇ, ਇੱਥੇ ਕ੍ਰਾਈਮ ਨੂੰ ਲੈ ਕੇ ਪਾਕਿਸਤਾਨ ਦੀ ਜਿਹੜੀ ਸਾਡੀ ਸਰਹੱਦ ਹੈ ਉਹ ਹਮੇਸ਼ਾ ਇਲਜ਼ਾਮਾਂ ਦੇ ਘੇਰਿਆਂ 'ਚ ਰਹਿੰਦੀ ਆ। ਕਿਸੇ ਪੋਲੀਟੀਸ਼ੀਅਨ ਨੇ ਪੱਲਾ ਝਾੜਨਾ ਹੋਵੇ, ਕਿਧਰੇ ਕਿਸੇ ਅਫਸਰ ਨੇ ਗੱਲ ਕਰਨੀ ਹੋਵੇ, ਗਵਰਨਰ ਨੇ, ਪਾਕਿਸਤਾਨ ਬੜਾ ਸੌਖਾ ਇਹ ਇਲਜ਼ਾਮ ਲਾਇਆ ਜਾਂਦਾ ਹੈ। ਲੇਕਿਨ ਹੁਣ ਇਹ ਇਲਜ਼ਾਮ ਨਹੀਂ, ਜੇ ਪਾਕਿਸਤਾਨ ਦੇ ਵਿੱਚ ਵੀ ਇਹ ਗੱਲ ਹੋ ਰਹੀ ਆ ਕਿ ਡਰੋਨ ਪਾਕਿਸਤਾਨ ਵੱਲੋਂ ਨਸ਼ਾ ਲੈ ਕੇ ਜਾਂਦੇ ਆ ਔਰ ਹਥਿਆਰ ਲੈ ਕੇ ਜਾਂਦੇ ਆ, ਤਾਂ ਇਹ ਵਾਕਿਆ ਸੀਰੀਅਸ ਮਾਮਲਾ ਹੈ। ਇਹਦੇ ਉੱਤੇ ਦੋਵਾਂ ਦੇਸ਼ਾਂ ਦੇ ਪੱਧਰ ਤੇ ਗੱਲ ਹੋਣੀ ਚਾਹੀਦੀ ਆ। ਪੰਜਾਬ ਸਰਕਾਰ ਦੇ ਇਖਤਿਆਰ ਖੇਤਰ ਦਾ ਮਾਮਲਾ ਨਹੀਂ, ਇਹ ਵਿਦੇਸ਼ ਮੰਤਰਾਲੇ ਦਾ ਮਾਮਲਾ ਹੈ। ਇਹਨੂੰ ਕਿੰਨੇ ਕੁ ਜ਼ੋਰ ਨਾਲ ਉਠਾਇਆ ਜਾਣਾ ਚਾਹੀਦਾ, ਜਦੋਂ ਹੁਣ ਸਬੂਤ ਵੀ ਲਗਭਗ ਸਾਹਮਣੇ ਆ ਗਿਆ ਜਿਨ੍ਹਾਂ ਦੀ ਆਲੋਚਨਾ ਪਾਕਿਸਤਾਨ ਵਿੱਚ ਵੀ ਹੋ ਰਹੀ ਹੈ। ਦੇਖੋ, ਜਿੱਥੇ ਤੱਕ ਸੰਜੇ ਮਿਸ਼ਰਾ ਉਹਨਾਂ ਦੀ ਗੱਲ ਹੈਗੀ ਹੈ, ਕੱਲ ਅਦਾਲਤ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਬੜੀ ਇੰਟਰਸਟਿੰਗ ਜੀ ਬਹਿਸ ਹੋਈ। ਉਹਦੇ ਵਿੱਚ BR ਗਵਈ ਚੀਫ ਜਿਹੜੇ ਜਸਟਿਸ ਹੈਗੇ ਨੇ, ਔਰ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਜੇ ਕਰੌਲ, ਇਹਨਾਂ ਦੀ ਬੈਂਚ ਸੀਗੀ। ਉਹਦੇ ਵਿੱਚ ਤੁਸ਼ਾਰ ਮਹਿਤਾ ਸੋਲੀਸਿਟਰ ਜਨਰਲ, ਉਹਨਾਂ ਨੇ ਬਹਿਸ ਕੀਤੀ ਕਿ 15 ਅਕਤੂਬਰ ਤੱਕ ਸੰਜੇ ਮਿਸ਼ਰਾ ਉਹਨਾਂ ਨੂੰ ਕੰਟੀਨਿਊ ਕਰਨ ਦੀ ਇਜਾਜ਼ਤ ਦਿੱਤੀ ਜਾਏ, ਜਿਹੜੀ 31 ਜੁਲਾਈ ਯਾਨੀ 2 ਦਿਨ ਬਾਅਦ 3 ਦਿਨ ਬਾਅਦ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਸੀ। ਤੇ ਸੁਪਰੀਮ ਕੋਰਟ ਨੇ ਪਹਿਲੇ ਤੇ ਕਿਹਾ ਕਿ ਵੀ ਕਿਸ ਵਾਸਤੇ ਚਾਹੀਦੀ ਹੈ, ਕਿ ਹੋਰ ਕੋਈ ਯੋਗਿਆ ਵਿਅਕਤੀ ਨਹੀਂ ਹੈਗਾ, ਕਿ ਸੰਜੇ ਮਿਸ਼ਰਾ ਤੋਂ ਇਲਾਵਾ ਈਡੀ ਦਾ ਕੰਮ ਹੀ ਠੱਪ ਜਾਊਗਾ। ਗਵਈ ਸਾਹਿਬ ਤੇ ਇੱਥੇ ਤੱਕ ਵੀ ਕਹਿੰਦੇ ਕਿ ਜੇ ਮੈਂ ਕੱਲ ਸੁਪਰੀਮ ਕੋਰਟ ਜਾਂ ਨਾ ਆਵਾਂ ਤੇ ਸੁਪਰੀਮ ਕੋਰਟ ਢਹਿ ਜਾਊਗਾ, ਚੱਲੂਗਾ ਹੀ ਨਹੀਂ ਸੁਪਰੀਮ ਕੋਰਟ। ਇਹ ਸਾਰੀ ਗੱਲਾਂ ਤੋਂ ਬਾਅਦ ਕੁਝ ਸਵਾਲ ਕੀਤੇ ਵੀ ਕਿਉਂ ਚਾਹੀਦੀ ਹੈ, ਤੁਹਾਨੂੰ ਕਿਸ ਵਾਸਤੇ ਚਾਹੀਦੀ ਹੈ ਐਕਸਟੈਂਸ਼ਨ। ਉਹ ਕਹਿੰਦੇ ਆ ਜੀ ਇੰਟਰਨੈਸ਼ਨਲ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਉਹਦੀ ਇੱਕ ਡੈਲੀਗੇਸ਼ਨ ਆ ਰਿਹਾ 3 ਨਵੰਬਰ ਨੂੰ, ਤੇ ਉਸ ਡੈਲੀਗੇਸ਼ਨ ਦੇ ਵਿੱਚ ਸਾਡੇ ਜਿਹੜੇ ਪੜੋਸੀ ਦੇਸ਼ ਨੇ ਉਹ ਸਾਡੇ ਉੱਤੇ ਕੁਝ ਇਲਜ਼ਾਮ ਲਾ ਕੇ ਸਾਨੂੰ ਗ੍ਰੇ ਏਰੀਆ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਨੇ, ਔਰ ਸਾਨੂੰ ਬੜਾ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ। ਤੇ ਫਿਰ ਪੁੱਛਿਆ ਜਾਂਦਾ ਹੈ ਵੀ ਫਿਰ ਤੁਸੀਂ 15 ਅਕਤੂਬਰ ਤੱਕ ਕਿਉਂ ਮੰਗ ਰਹੇ ਹੋ, ਫਿਰ ਤੇ ਤੁਸੀਂ ਨਵੰਬਰ ਤੋਂ ਬਾਅਦ ਤੱਕ ਦੀ ਐਕਸਟੈਂਸ਼ਨ ਮੰਗਣੀ ਸੀਗੀ। ਇਹਨਾਂ ਸਾਰੀ ਗੱਲਾਂ ਦੇ ਉੱਤੇ ਕੱਚੇ ਜਿਹੇ ਪੈ ਜਾਂਦੇ ਨੇ, ਤੇ ਬਾਅਦ ਚੋਂ
ਇੱਕ ਫੈਸਲਾ ਗਵਈ ਸਾਹਿਬ ਕਰਦੇ ਨੇ ਕਿ ਵੀ ਦੇਸ਼ ਦੇ ਹਿੱਤ ਦੇ ਵਿੱਚ, ਕਿਉਂਕਿ ਇਹ ਸੋਲੀਸਿਟਰ ਜਨਰਲ ਕਹਿ ਰਹੇ ਨੇ ਅਸੀਂ 15 ਸਤੰਬਰ ਤੱਕ ਦੀ ਐਕਸਟੈਂਸ਼ਨ ਦੇ ਦਿੰਦੇ ਹਾਂ, ਲੇਕਿਨ ਰਾਤ ਨੂੰ 12 ਵਜੇ ਤੋਂ ਬਾਅਦ, ਮਿਡਨਾਈਟ ਤੋਂ ਬਾਅਦ ਸੰਜੇ ਮਿਸ਼ਰਾ ਕਦੀ ਵੀ ਈਡੀ ਦੇ ਡਾਇਰੈਕਟਰ ਨਹੀਂ ਰਹਿ ਪਾਣਗੇ ਕਿਸੇ ਵੀ ਹਾਲਾਤ ਦੇ ਵਿੱਚ। ਆਖਰੀ ਮੌਕਾ ਹੈ। ਇਹਨਾਂ ਬਹਿਸਾਂ ਦੇ ਉੱਤੇ ਗੱਲ ਮਾੜੀ ਮੋਟੀ ਜੀ ਬਣ ਵੀ ਜਾਂਦੀ ਹੈ, ਪਰ ਚਲੋ ਹੁਣ ਇਹ ਚੈਪਟਰ ਤੇ ਖਤਮ ਹੋ ਗਿਆ ਸੰਜੇ ਮਿਸ਼ਰਾ ਦਾ। 15 ਅਕਤੂਬਰ ਨੂੰ 15 ਸਤੰਬਰ ਤੱਕ ਉਹਨਾਂ ਦਾ ਲਾਸਟ ਟੈਨਿਓਰ ਹੈ। ਹੁਣ ਗੱਲ ਪਾਕਿਸਤਾਨ ਦੀ ਕਰੀ, ਅਕਸਰ ਸਾਡੇ ਮੁੱਖ ਮੰਤਰੀ ਪੁਰਾਣੇ ਵਾਲੇ ਵੀ ਨਵੇਂ ਵਾਲੇ ਵੀ ਇਹ ਗੱਲ ਕਹਿੰਦੇ ਨੇ ਡਰੋਨ ਜ਼ਰੀਏ ਉਥੋਂ ਡਰੱਗ ਆ ਰਹੀ ਹੈ ਔਰ 10-10 ਕਿਲੋ ਦੀ ਰਿਕਵਰੀ, ਯਾਨੀ ਰਿਕਵਰੀ ਡਰੋਨਾਂ ਦੇ ਰਾਹੀਂ ਹੋ ਰਹੀ ਹੈ ਪੰਜਾਬ ਦੇ ਵਿੱਚ। ਇਸ ਗੱਲ ਨੂੰ ਤਕਰੀਬਨ ਸਾਰੀ ਪਿਛਲੀ ਸਰਕਾਰਾਂ ਨੇ ਮੰਨਿਆ, ਪਰ ਇਸ ਸਰਕਾਰ ਨੂੰ ਇਸ ਡਰੋਨ ਦੀ ਰਿਕਵਰੀ ਨੂੰ ਮੰਨਦੇ ਕੌਣ ਨੇ? ਹੁਣ ਇਹ ਗੱਲ ਹੋਰ ਇੰਟਰਸਟਿੰਗ ਹੋ ਜਾਂਦੀ ਹੈ ਜਦ ਪਾਕਿਸਤਾਨ ਦੇ ਵਿੱਚ ਇੱਕ ਸੀਨੀਅਰ ਜਰਨਲਿਸਟ ਉਹ ਇੱਕ ਇੰਟਰਵਿਊ ਲੈਂਦੇ ਨੇ, ਹਾਮਿਦ ਮੀਰ ਇਹਨਾਂ ਦਾ ਨਾਮ ਹੈ, ਔਰ ਉਹ ਇੰਟਰਵਿਊ ਲੈਂਦੇ ਨੇ ਪਾਕਿਸਤਾਨ ਦੇ ਸਪੈਸ਼ਲ ਅਸਿਸਟੈਂਟ ਟੂ ਪ੍ਰਾਈਮ ਮਿਨਿਸਟਰ ਡਿਫੈਂਸ ਦੇ ਮਾਮਲਿਆਂ ਦੇ ਵਿੱਚ। ਉਹ ਹੈਗੇ ਮਲਿਕ ਮੁਹੰਮਦ ਅਹਿਮਦ ਖਾਨ। ਉਹਨਾਂ ਦਾ ਇੰਟਰਵਿਊ ਲੈਂਦੇ ਨੇ, ਕਹਿੰਦੇ ਜੀ ਕਸੂਰ, ਕਿਉਂਕਿ ਇਹ ਕਸੂਰ ਜ਼ਿਲ੍ਹੇ ਤੋਂ ਐਮਐਲਏ ਹੈਗੇ ਨੇ ਉੱਥੇ ਦੇ ਪ੍ਰੋਵਿੰਸ ਦੇ, ਉਹ ਕਹਿੰਦੇ ਨੇ ਕਿ ਵੀ ਇਹ ਕਸੂਰ ਜ਼ਿਲ੍ਹੇ ਤੋਂ ਡਰੋਨ ਦੇ ਜ਼ਰੀਏ ਡਰੱਗ ਸਮਗਲਿੰਗ ਜਿਹੜੀ ਇੰਡੀਆ ਵੱਲ ਹੋ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਹਾਂ, ਕਹਿੰਦੇ ਬੜਾ ਮਾੜੀ ਗੱਲ ਹੈਗੀ ਹੈ। ਜੁਲਾਈ 17 ਦਾ ਇੰਟਰਵਿਊ ਹੈ, ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਏਦਾਂ ਦੇ 2 ਇੰਸੀਡੈਂਟ ਸਾਹਮਣੇ ਆਏ ਜਦ 10-10 ਕਿਲੋ ਡਰੋਨ ਦੇ ਨਾਲ ਬੰਨ ਕੇ ਹੈਰੋਇਨ ਪਿਛਲੇ ਇੰਡੀਆ ਵਾਲੇ ਪਾਸੇ ਸੁੱਟ ਦਿੱਤੀ ਗਈ। ਜੋ ਕਹਿੰਦੇ ਨੇ ਸਾਡੀ ਏਜੰਸੀ ਬਹੁਤ ਕੋਸ਼ਿਸ਼ ਕਰ ਰਹੀ ਹੈ ਏਦਾਂ ਦੇ ਇੰਸੀਡੈਂਟ ਨੂੰ ਰੋਕਣ ਦਾ, ਔਰ ਨਾਲ ਦੇ ਨਾਲ ਉਹ ਫਲੱਡ ਇਫੈਕਟਡ ਏਰੀਆ ਦੀ ਵੀ ਗੱਲ ਕਰਦੇ ਨੇ, ਕਿਉਂਕਿ ਕਸੂਰ ਜ਼ਿਲ੍ਹਾ ਵੀ ਬਾੜ ਪ੍ਰਭਾਵਿਤ ਹੈ। ਉਹ ਕਹਿੰਦੇ ਜੇ ਸਾਡੇ ਇੱਥੇ ਬਾੜ ਦੇ ਪ੍ਰਭਾਵਿਤ ਲੋਕਾਂ ਨੂੰ ਅਗਰ ਕੋਈ ਰਾਹਤ ਨਹੀਂ ਦਿੱਤੀ ਗਈ ਤੇ ਫਿਰ ਇਹ ਡਰੋਨ ਵਾਲਾ ਕੰਮ, ਡਰੱਗ ਵਾਲਾ ਕੰਮ ਹੋਰ ਵਧੂਗਾ ਔਰ ਇੰਡੀਆ ਵੱਲ ਹੋਰ ਡਰੱਗ ਭੇਜੀ ਜਾਏਗੀ। ਇਸ ਕਰਕੇ ਇਹਨਾਂ ਨੂੰ ਰਾਹਤ ਦੇਣੀ ਬਹੁਤ ਜ਼ਰੂਰੀ ਹੈ। ਚਲੋ ਬਿਆਨ ਤੇ ਉਹਨਾਂ ਨੇ ਦੇ ਦਿੱਤਾ। ਉਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਤਕਰੀਬਨ ਸਾਰੇ ਪੋਲੀਟੀਸ਼ੀਅਨ, ਈਵਨ ਕਸੂਰ ਦੇ ਲੋਕ, ਹੁਣ ਉਹ ਖਾਨ ਸਾਹਿਬ ਨੂੰ ਕ੍ਰਿਟੀਸਾਈਜ਼ ਕਰ ਰਹੇ ਵੀ ਇਹ ਕੀ ਕਹਿਤਾ ਤੁਸੀਂ, ਇਹ ਤੇ ਪਾਕਿਸਤਾਨ ਕਦੀ ਵੀ ਨਹੀਂ ਮੰਨਿਆ ਕਿ ਸਾਡੇ ਇੱਥੋਂ ਡਰੱਗ ਜਾਂਦੀ ਹੈ। ਉਸ ਗੱਲ ਨੂੰ ਬਤੌਰ ਡਿਫੈਂਸ ਅਸਿਸਟੈਂਟ ਔਰ ਡਿਫੈਂਸ ਐਡਵਾਈਜ਼ਰ ਤੁਸੀਂ ਅਗਰ ਇਹ ਪਬਲਿਕਲੀ ਗੱਲ ਮੰਨ ਰਹੇ ਹੋ ਤੇ ਰੋਲਾ ਪੈ ਗਿਆ। ਹਜੇ ਕੌਮਾਂਤਰੀ ਪੱਧਰ ਤੇ ਇੰਡੀਆ ਦੇ ਵਿੱਚ ਇਸ ਮੁੱਦੇ ਦੇ ਉੱਤੇ ਰੋਲਾ ਪੈਣਾ ਬਾਕੀ ਹੈ, ਔਰ ਇੰਡੀਆ ਇਸ ਗੱਲ ਨੂੰ ਕਿਸ ਤਰੀਕੇ ਨਾਲ ਕੌਮਾਂਤਰੀ ਪੱਧਰ ਤੇ ਚੱਕਦਾ ਹੈ ਇਹ ਵੀ ਹਜੇ ਪਾਰਟੀ ਬਾਕੀ ਹੈ। ਪਰ ਹਾਂ, ਇਹ ਹੁਣ ਖਾਨ ਸਾਹਿਬ ਦਾ ਇਹ ਮੰਨਣਾ ਕਿ ਹਾਂ ਇੱਥੋਂ ਡਰੋਨ ਦੇ ਇਨਸੀਡੈਂਟ ਪਤਾ ਤੇ ਸਾਨੂੰ ਹੈਗਾ, ਪਰ ਆਫੀਸ਼ੀਅਲੀ ਇਸ ਗੱਲ ਨੂੰ ਮੰਨਣ ਤੋਂ ਬਾਅਦ ਇਹ ਮੁੱਦਾ ਹੁਣ ਵੱਡੇ ਲੈਵਲ ਤੇ ਜਾਏਗਾ। ਇੰਦਰਪ੍ਰੀਤ ਜੀ, ਆਖਰ 'ਚ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਇਹਦੇ ਤੇ ਵੀ ਗੱਲ ਤੁਸੀਂ ਜ਼ਰੂਰ ਕਰ ਦਿਓ ਜੇ ਕਰਨਾ ਚਾਹੁੰਦੇ ਹੋ, ਬਟ ਆਖਰ ਦੇ ਵਿੱਚ ਜਦੋਂ ਸਰਕਾਰ ਕਹਿੰਦੀ ਵੀ 2 ਲੱਖ ਕਿੱਲਾ ਝੋਨਾ ਲਾਵਾਂਗੇ, ਇਹਦੇ ਕੀ ਅਰਥ ਲਈਏ? ਰੰਧਾਵਾ ਸਾਹਿਬ ਦੇਖੋ, ਸਾਡੇ ਕੋਲ ਕੋਈ ਇਹੋ ਜਿਹੀ ਵੈਰਾਈਟੀ ਤਾਂ ਹੈ ਨਹੀਂ ਹੈ ਕਿ ਜਿਹੜੀ ਹੁਣ 90 ਦਿਨ ਤੋਂ ਘੱਟ ਦੇ ਵਿੱਚ ਕਰ ਜੇ। ਹੁਣ ਅੱਜ ਦੀ ਤਰੀਕ ਦੇ ਵਿੱਚ ਆਪਾਂ 28 ਜੁਲਾਈ 'ਚ ਖੜੇ ਆ, ਯਾਨੀ ਕਿ ਜੁਲਾਈ ਐਂਡ ਹੋ ਗਿਆ, ਤਾਂ ਉਸ ਦੌਰਾਨ ਅਗਰ ਲੱਗਦੀ ਹੈ ਪੈਡੀ, ਮੈਨੂੰ ਲੱਗਦਾ ਕਿ ਉਹ ਹੋ ਨਹੀਂ ਪਾਏਗੀ, ਕਿਉਂਕਿ ਉੱਥੇ ਜਿਹੜੀ ਕਣਕ ਦੀ ਸੋਇੰਗ ਹੈ ਫਿਰ ਉਹ ਬਹੁਤ ਇਫੈਕਟਡ ਹੁੰਦੀ ਹੈ, ਤੇ ਨਾਲ ਹੀ ਉਹਦੀ ਜਿੰਨੀ ਦੇਰ ਨਾਲ ਹੁੰਦੀ ਹੈ ਫਿਰ ਉਹਦੀ ਪੈਦਾਵਾਰ 'ਚ ਵੀ ਉਨਾ ਹੀ ਫਰਕ ਪੈ ਜਾਂਦਾ ਹੈ। ਤਾਂ ਹੁਣ ਗਵਰਨਮੈਂਟ ਨੇ ਤਾਂ ਕਿਹਾ ਵੀ ਅਸੀਂ 80,000 ਏਕੜ ਵਾਸਤੇ ਜਿਹੜੀ ਪਨੀਰੀ ਲਗਵਾਤੀ ਹੈ ਤੇ ਜਲਦੀ ਅਸੀਂ ਇਹਨੂੰ ਡਿਸਟ੍ਰੀਬਿਊਟ ਕਰਨਾ ਸ਼ੁਰੂ ਕਰ ਦਾਂਗੇ। ਮੈਨੂੰ ਲੱਗਦਾ ਕਿ ਜਿਹੜਾ ਇਹਦੀ ਜਗ੍ਹਾ ਕੋਈ ਹੋਰ ਅਲਟਰਨੇਟਿਵ ਤੌਰ ਤੇ ਕੋਈ ਚੀਜ਼ ਅਗਰ ਹੋ ਸਕਦੀ ਸੀ ਤਾਂ ਉਹ ਕਰਨੀ ਚਾਹੀਦੀ ਸੀ। ਪੈਡੀ ਤਾਂ ਦੇਖੋ ਘੱਟੋ ਘੱਟ ਸਾਡੇ ਕੋਲੇ 93 ਤੋਂ 100 ਦਿਨ ਦੀਆਂ ਹੀ ਨੇ ਸਾਰੀਆਂ। ਜੇ ਅੱਜ ਲੱਗੇਗੀ ਤਾਂ ਤੁਸੀਂ 100 ਦਿਨ ਲਗਾ ਕੇ ਚਲੋ, ਅਸੀਂ ਨਵੰਬਰ ਐਂਡ ਤੋਂ ਵੀ ਅੱਗੇ ਚਲੇ ਜਾਵਾਂਗੇ, ਜਦਕਿ ਸਾਰੀ ਕੰਮ ਜਿਹੜਾ ਹੈਗਾ ਉਹ 15 ਨਵੰਬਰ ਤੱਕ ਕਣਕ ਦਾ ਪੂਰਾ ਕਰਨਾ ਪੈਂਦਾ ਹੈ। ਤੁਸੀਂ ਜੇ ਸਰਦਾਰਾ ਸਿੰਘ ਜੌਲ ਹੋਰਾਂ ਦਾ ਜਿਹੜੀ ਉਹਨਾਂ ਨੇ ਪਿੱਛੇ ਜੇ ਆਪਣੀ ਇੱਕ ਪੋਸਟ ਪਾਈ ਸੀ, ਬਹੁਤ ਲੰਬੀ ਪੋਸਟ ਪਾਈ ਸੀ ਉਹਨਾਂ ਨੇ, ਤੇ ਉਹਨਾਂ ਨੇ ਪਹਿਲਾਂ ਤਾਂ ਭਗਵੰਤ ਮਾਨ ਹੋਰਾਂ ਦੇ ਬਿਆਨ ਦੇ ਉੱਤੇ ਇਹ ਕਿਹਾ ਸੀਗਾ ਕਿ ਤੁਸੀਂ ਇਹ ਕਿਉਂ ਕਹਿ ਰਹੇ ਹੋ ਵੀ ਅਸੀਂ ਪੈਡੀ ਹੁਣ ਸਾਰੇ ਦੇ ਉੱਤੇ ਪਨੀਰੀ ਲਗਵਾ ਕੇ ਦੇਵਾਂਗੇ ਤੇ ਪਨੀਰੀ ਤੋਂ ਬਾਅਦ ਉਹਨਾਂ ਨੂੰ ਪੈਡੀ ਸੋਇੰਗ ਕਰਨ ਲਈ ਕਹਾਂਗੇ, ਜਦਕਿ ਤੁਹਾਨੂੰ ਪਤਾ ਵੀ 19 ਜੁਲਾਈ ਤੋਂ ਬਾਅਦ, ਦੇਖੋ ਪੀਏਯੂ ਦੇ ਜਿਹੜਾ ਡਾਟਾ ਦਿੱਤਾ ਹੋਇਆ ਸੀ ਉਹਨਾਂ ਨੇ ਕਿਹਾ ਵੀ 19 ਜੁਲਾਈ ਤੋਂ ਬਾਅਦ ਤੱਕ ਕਿਸੇ ਵੀ ਰੂਪ 'ਚ ਕੋਈ ਵੀ ਵੈਰਾਈਟੀ ਲਗਾਣੀ ਖਤਰੇ ਤੋਂ ਖਾਲੀ ਨਹੀਂ ਹੈਗੀ। ਤੇ ਅੱਜ ਜਦੋਂ ਅਸੀਂ 28 ਤੇ ਖੜੇ ਆ, 28, 29, 30, ਹੁਣ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਹੈ। ਇਹ ਜਦੋਂ ਇੰਨਾ ਟਾਈਮ ਲੱਗੇਗਾ ਤਾਂ ਫਿਰ ਅੱਗੇ ਕੀ ਮੁਸ਼ਕਲਾਂ ਆਉਣਗੀਆਂ, ਇਹ ਸਾਰੀਆਂ ਦੇਖਣ ਵਾਲੀਆਂ ਹੋਣਗੀਆਂ। ਹਾਂ ਬਿਲਕੁਲ, ਅਜੇ ਕੁਝ ਗੱਲਾਂ ਸਾਡੀਆਂ ਕਰਨ ਵਾਲੀਆਂ ਸੀ ਮੌਸਮ ਨਾਲ ਜੁੜੀਆਂ, ਪਾਣੀ ਦਾ ਕੀ ਹਾਲ ਹੈ, ਪਰ ਅਸੀਂ ਹੁਣ ਪਹੁੰਚ ਗਏ ਹਾਂ ਲਗਭਗ 40 ਮਿੰਟ ਤੋਂ ਉੱਤੇ 44ਵੇਂ ਮਿੰਟ 'ਚ ਦਾਖਲ ਹੈ। ਮੈਨੂੰ ਲੱਗਦਾ ਅੱਜ ਲਈ ਇੰਨਾ ਹੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।